जी आए ਨੂੰ प्यारे विद्यार्थियों, पंजाब स्टेट एजुकेशन बोर्ड की 8वीं जमात की अंग्रेजी की किताब माई इंग्लिश कंपेनियन उसका लैसन नंबर 3 दी एजड मदर अर्थात बजुर्ग माँ। इस लैसन की असी रीडिंग करांगे, ट्रांसलेशन करांगे, अर्थ करांगे तो एक्सप्लेनेशन करांगे। सो यह सारा लैसन जिहड़ा है बड़े ध्यान नाल सुनने वाला है। बड़ी ही जज्बे नाल भरपूर, बड़ी प्रेरणादायक यह कहानी हैगी है। एक जैपनीज़ कहानी है तो जिथे जिथे मैं शब्दों के अर्थ दसांगा जिहड़े कि प्री रीडिंग विच नहीं कवर किए गए हुए, तो तुसी वीडियो पॉज करके उन्होंने अर्थां नूं नाल दे नाल अपनी नोटबुक विच लिख लेना है। सो आओ शुरू करिए। अगे वधन तो पहले मैं दसदा बच्चों, इसी चैनल ते तुहाडी 8वीं जमात दीयां 3 प्लेलिस्टां हो रहीआं। 8th मैथ, दूजी हैगी 8th मैथ नोट्स ते तीजी हैगी 8th साइंस। सो तुसी साइंस और मैथ की लोड़ां भी इसी चैनल राही पूरियां कर सकते हो। सो आओ कहानी शुरू करिए। लॉन्ग लॉन्ग एगो अर्थात बहुत पहलां दी गल है। लॉन्ग लॉन्ग एगो बहुत बहुत पहले दी गल है। देयर वाज अ प्रोविंस, एक प्रांत सीगा या खेतर सीगा या सूबा सीगा इन जापान, जापान दे विच कॉल्ड शिनिंग। ਉਹਦਾ ਨਾਂ ਸੀ ਸ਼ਾਈਨਿੰਗ। ਹੁਣ ਬੱਚੋ ਦੇਖੋ SHINING ਸ਼ਾਈਨਿੰਗ, ਚਮਕਦਾ ਹੋਇਆ, ਇਹ ਅੰਗਰੇਜ਼ੀ ਦਾ ਵਰਡ ਵੀ ਹੈਗਾ ਪਰ ਕੈਪੀਟਲ ਐਸ ਹੈਗਾ ਅਰਥਾਤ ਇਹ ਪ੍ਰੋਪਰ ਨਾਊਨ ਹੈ, ਇਹ ਕਿਸੇ ਥਾਂ ਦਾ ਨਾਮ ਹੈ। ਇਹ ਸ਼ਾਈਨਿੰਗ ਵਰਡ ਅੰਗਰੇਜ਼ੀ ਵਾਲਾ ਨਹੀਂ ਹੈ ਜਿਹਦਾ ਮਤਲਬ ਹੁੰਦਾ ਹੈ ਚਮਕਦਾ ਹੋਇਆ, ਠੀਕ ਹੈ। ਸੋ ਇਸ ਕਰਕੇ ਉਹਨਾਂ ਨੇ ਬੋਲਡ ਵਿੱਚ ਵੀ ਲਿਖਿਆ, ਮੋਟਾ ਕਰਕੇ ਲਿਖਿਆ ਤੇ ਐਸ ਕੈਪੀਟਲ ਹੈਗਾ, ਹੈ ਪ੍ਰੋਪਰ ਨਾਊਨ ਹੈ। ਅਰਥਾਤ ਬਹੁਤ ਬਹੁਤ ਸਮਾਂ ਪਹਿਲੇ ਜਾਪਾਨ ਦੇ ਵਿੱਚ ਇੱਕ ਸ਼ਿਨਿੰਗ ਨਾਮ ਦਾ ਸੂਬਾ ਸੀ। ਇਟ ਵਾਜ਼ ਗਵਰਨਡ ਬਾਏ ਅ ਡਿਸਪੋਟਿਕ ਲੀਡਰ। ਇਹਦੇ ਕੋਲ ਡਿਸਪੋਟਿਕ ਅੱਖਰ ਆਇਆ ਸੀਗਾ, ਉਹ ਸ਼ਬਦ ਆਇਆ ਸੀਗਾ ਪ੍ਰੀ ਰੀਡਿੰਗ। ਡਿਸਪੋਟਿਕ ਮੈਨੇ ਤਾਨਾਸ਼ਾਹ, ਲੀਡਰ ਮੈਨੇ ਆਗੂ, ਇੱਕ ਤਾਨਾਸ਼ਾਹ ਆਗੂ ਸੀ ਤੇ ਉਹਦੇ ਵੱਲੋਂ ਇਹਦਾ ਪ੍ਰਬੰਧਨ ਸੀ। ਇਟ ਵਾਜ਼ ਗਵਰਨਡ, ਇਹਦਾ ਪ੍ਰਬੰਧ, ਰਾਜ ਪ੍ਰਬੰਧ ਇੱਕ ਤਾਨਾਸ਼ਾਹ ਆਗੂ ਕਰਦਾ ਸੀ। ਹੀ ਵਾਜ਼ ਅ ਗੁੱਡ ਵਾਰੀਅਰ, ਉਹ ਇੱਕ ਚੰਗਾ ਲੜਾਕੂ ਸੀ, ਮਤਲਬ ਜੰਗਾਂ ਯੁੱਧਾਂ ਵਿੱਚ ਚੰਗਾ ਯੋਧਾ ਸੀ। ਬਟ ਹੀ ਹੈਡ ਅ ਗ੍ਰੇਟ ਡਿਸਲਾਈਕ ਫॉर ਐਨੀਥਿੰਗ, ਪਰ ਉਹਨੂੰ ਕੋਈ ਵੀ ਐਸੀ ਚੀਜ਼ ਤੋਂ ਸਖਤ ਨਫ਼ਰਤ ਸੀ। ਕਿਹੜੀ ਚੀਜ਼ ਤੋਂ? ਸਜੈਸਟਿਵ ਆਫ ਫੇਲਿੰਗ ਹੈਲਥ ਐਂਡ ਸਟਰੈਂਥ, ਜਿਹੜੀ ਗੱਲ ਰਾਹੀਂ ਕਿਸੇ ਡਿੱਗਦੀ ਹੋਈ, ਕਮਜ਼ੋਰ ਹੋਈ ਸਿਹਤ ਜਾਂ ਤਾਕਤ ਦਾ ਸੰਕੇਤ ਮਿਲਦਾ ਹੋਵੇ, ਉਹਨੂੰ ਇਸ ਗੱਲ ਤੋਂ ਬੜੀ ਨਫ਼ਰਤ ਸੀ। ਦਿਸ ਪ੍ਰੋਮਪਟਡ ਹਿਮ, ਇਸ ਗੱਲ ਨੇ, ਉਹਦੀ ਸੋਚ ਨੇ ਉਹਨੂੰ ਪ੍ਰੇਰਿਤ ਕੀਤਾ, ਉਹਨੂੰ ਹੁੱਜ ਮਾਰੀ ਜਾਂ ਉਹਨੂੰ ਟੁੰਬਿਆ। ਟੂ ਮੇਕ ਆ ਕਰੂਅਲ ਲਾਅ, ਇੱਕ ਨਿਰਦਈ, ਇੱਕ ਜ਼ਾਲਿਮ ਕਾਨੂੰਨ ਬਣਾਉਣ ਲਈ। ਫॉर ਦੀ ਪ੍ਰੋਵਿੰਸ, ਸੂਬੇ ਵਾਸਤੇ। ਦੀ ਇੰਟਾਇਰ ਪ੍ਰੋਵਿੰਸ ਵਾਜ਼ ਗਿਵਨ ਸਟ੍ਰਿਕਟ ਆਰਡਰਸ, ਸਾਰੇ ਸੂਬੇ ਨੂੰ, ਸਾਰੇ ਪ੍ਰਾਂਤ ਨੂੰ ਬੜੇ ਸਖਤ ਹੁਕਮ ਦਿੱਤੇ ਗਏ। ਕਾਹਦੇ ਹੁਕਮ ਦਿੱਤੇ ਗਏ? ਟੂ ਇਮੀਡੀਏਟਲੀ, ਯਕਦਮ, ਇੱਕੋ ਦਮ। ਪੁੱਟ ਆਲ ਦੀ ਏਜਡ ਪੀਪਲ ਟੂ ਡੈਥ, ਕਿ ਸਾਰੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਇਹ ਦੇਖੋ, ਇਹ ਮੁਹਾਵਰਾ ਹੈ ਪੁੱਟ ਟੂ ਡੈਥ। ਪੁੱਟ ਟੂ ਡੈਥ, ਪੁੱਟ ਟੂ ਡੈਥ ਦਾ ਮਤਲਬ ਹੁੰਦਾ ਹੈ ਮੌਤ ਦੇ ਘਾਟ ਉਤਾਰਨਾ, ਮਾਰ ਦੇਣਾ। ਸੋ ਕਿਹਨਾਂ ਨੂੰ ਮਾਰ ਦੇਣਾ? ਆਲ ਦੀ ਏਜਡ ਪੀਪਲ, ਪ੍ਰਾਂਤ ਦੇ ਜਿੰਨੇ ਵੀ ਬਜ਼ੁਰਗ ਨੇ ਉਹ ਸਾਰਿਆਂ ਨੂੰ ਮਾਰ ਦਿੱਤਾ ਜਾਵੇ। ਇਹ ਉਹਨੇ ਹੁਕਮ ਜਾਰੀ ਕੀਤਾ। ਕਿਉਂ? ਕਿਉਂਕਿ ਉਹਨੂੰ ਇਸ ਗੱਲ ਦੀ ਨਫ਼ਰਤ ਸੀ। ਗ੍ਰੇਟ ਡਿਸਲਾਈਕ ਫॉर ਐਨੀਥਿੰਗ ਸਜੈਸਟਿਵ ਆਫ ਫੇਲਿੰਗ ਮੈਨੇ ਡਿੱਗਦੀ ਹੋਈ, ਖਤਮ ਹੁੰਦੀ ਹੋਈ, ਹੈਲਥ ਐਂਡ ਸਟਰੈਂਥ। ਉਹਨੂੰ ਲੱਗਦਾ ਸੀਗਾ ਵੀ ਮੈਨੂੰ ਮੇਰੇ ਪ੍ਰਾਂਤ ਵਿੱਚ ਸਾਰੇ ਤਗੜੇ ਤਗੜੇ ਜੁੱਸੇ ਵਾਲੇ ਬੰਦੇ ਚਾਹੀਦੇ ਨੇ। ਜਿਹੜਾ ਬਜ਼ੁਰਗ ਹੋ ਗਿਆ ਉਹਦੇ ਸਰੀਰ 'ਚ ਵੀ ਤਾਕਤ ਨਹੀਂ ਰਹਿ ਜਾਂਦੀ ਤੇ ਉਹਦੀ ਸਿਹਤ ਵੀ ਢਿੱਲੀ ਰਹਿੰਦੀ ਹੈ, ਇਸ ਕਰਕੇ ਉਹਨੂੰ ਮਾਰ ਦੇਣਾ ਚਾਹੀਦਾ। ਦੋਜ਼ ਵਰ ਬਾਰਬੈਰਸ ਡੇਜ਼, ਬਾਰਬੈਰਸ ਹੁੰਦੇ ਬੱਚੋ ਜਹਾਲਤ ਵਾਲੇ, ਜੰਗਲੀ ਜਾਂ ਨਿਰਦਈ, ਜਾਨਵਰਾਂ ਵਾਲੇ। ਇਹ ਦਿਨ ਉਹ ਸੀਗੇ। ਮਤਲਬ ਕਿ ਇਹ ਕਹਾਣੀ ਵਿੱਚ ਜਿਹੜਾ ਰਾਈਟਰ ਹੈਗਾ ਕਹਾਣੀ ਦਾ, ਉਹ 17ਵੀਂ ਸਦੀ ਵਿੱਚ ਹੋਇਆ ਸੀ ਜਾਪਾਨ ਵਿੱਚ। ਉਦੋਂ ਕੋਈ UNO ਨਹੀਂ ਹੁੰਦਾ ਸੀ, ਉਦੋਂ ਕੋਈ ਹਿਊਮਨ ਰਾਈਟਸ, ਮਨੁੱਖੀ ਹੱਕ ਨਹੀਂ ਹੁੰਦੇ ਸੀ, ਠੀਕ ਹੈ ਨਾ। ਉਦੋਂ ਨਾ ਹੀ ਕੋਈ ਇੱਦਾਂ ਦੀਆਂ ਡੈਮੋਕ੍ਰੇਸੀ ਵਾਲਾ ਸਿਸਟਮ ਸੀ ਅਤੇ ਨਾ ਹੀ ਕੋਈ ਅਦਾਲਤਾਂ ਅਦੂਲਤਾਂ ਹੁੰਦੀਆਂ ਸੀਗੀਆਂ। ਸੋ ਤਾਨਾਸ਼ਾਹੀ ਵਾਲਾ ਸਿਸਟਮ ਸੀਗਾ। ਦੀਜ਼ ਵਰ ਬਾਰਬੈਰਸ ਡੇਜ਼, ਇਹ ਉਹ ਦਿਨ ਸੀਗੇ, ਇਹ ਉਹ ਸਮਾਂ ਸੀ ਜਿਹੜਾ ਬੜਾ ਜਾਨਵਰਾਂ ਵਾਲਾ, ਜਹਾਲਤ ਵਾਲਾ, ਜੰਗਲੀ ਕਿਸਮ ਦਾ ਸਮਾਂ ਸੀ। ਐਂਡ ਦੀ ਕਸਟਮ ਹੁੰਦਾ ਰਿਵਾਜ, ਆਫ ਐਬੰਡਨ ਹੁੰਦਾ ਵਿੱਚ ਤਿਆਗ ਦੇਣਾ, ਸੁੱਟ ਦੇਣਾ।
मतलब कि ਉਹਨੂੰ मतलब कि ਖਹਿੜਾ ਛੁਡਾ ਲੈਣਾ। ओल्ड पीपल ਬਜ਼ੁਰਗਾਂ ਨੂੰ टू डाई मरण वास्ते ਛੱਡ देना was not uncommon, ਇਹ ਕੋਈ ਅਸਾਧਾਰਨ ਗੱਲ ਨਹੀਂ ਸੀ, ਇਹ ਆਮ ਗੱਲ ਸੀ। ਹੁਣ ਦੇਖੋ not ਨੂੰ ਕੱਟ ਦੋ ਤੇ ਇੱਥੇ un ਨੂੰ ਕੱਟ ਦੋ, ਸੋ not uncommon ਦਾ ਮਤਲਬ ਹੁੰਦਾ common, ਵੀ ਇਹ ਇੱਕ ਆਮ ਗੱਲ ਸੀ। ਉਹਨਾਂ ਦਿਨਾਂ ਵਿੱਚ ਇਹ ਰਿਵਾਜ ਸੀ ਕਿ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਮਰ ਲੈਣ ਲਈ ਛੱਡ ਦੋ ਕਿਤੇ, ਤੇ ਆਪੇ ਭੁੱਖ ਕੇ ਤੇ ਆ ਕੇ ਬਿਮਾਰੀ ਨਾਲ ਮਰ ਜਾਣਗੇ, ਇਹ ਗੱਲ ਆਮ ਸੀ। ਇਨ ਦੀ ਸੇਮ ਪ੍ਰੋਵਿੰਸ, ਉसी ਪ੍ਰਾਂਤ ਵਿੱਚ, ਉसी ਸੂਬੇ ਵਿੱਚ lived a poor farmer, ਇੱਕ ਗਰੀਬ ਕਿਸਾਨ ਰਹਿੰਦਾ ਸੀ। and his aged widowed mother, ਅਤੇ ਉਸਦੀ ਬਜ਼ੁਰਗ widowed ਵਿਧਵਾ ਹੋਈ ਮਦਰ ਮਾਂ at the foot of the mountain, ਉਸ ਪ੍ਰਾਂਤ ਵਿੱਚ ਜਿਹੜਾ ਪਹਾੜ ਸੀ ਉਸ ਪਹਾੜ ਦੇ ਪੈਰਾਂ ਵਿੱਚ, ਅਰਥਾਤ ਜਿੱਥੋਂ ਮੈਦਾਨ ਤੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਹੈ ਉਹਦੀ ਜੋ ਖਾਈ ਸੀਗੀ, ਪਹਾੜ ਦਾ ਤਲ ਸੀ, ਉੱਥੇ ਉਹ ਰਹਿੰਦੇ ਸੀ। they owned a bit of land, लैंड मैंने ज़मीन, आ बिट मैंने टोटा, आ बिट ऑफ लैंड एक ज़मीन का थोड़ा टोटा। दे ओंड उन्होंने को मलकीयत सी, अर्थात उन्होंने को एक ज़मीन का छोटा टुकड़ा सी। विच सप्लाइड दैम विद फूड, जो उन्हों की खाण पीन की लोड़ां नूं पूरा करता सी वो टुकड़ा जिहड़ा ज़मीन का। दे वर हंबल, हंबल मैंने निमाणे सी, मस्कीन सी, बड़े निमरता वाले सी दोनों माँ पुत। पीसफुल, बड़े शांतमई सी। एंड हैप्पी, ਅਤੇ खुश सी। ਦੀ ਪੂਅਰ ਫਾਰਮਰ, ਉਹ ਜਿਹੜਾ ਗਰੀਬ ਕਿਸਾਨ ਸੀ, ਲਵਡ ਹਿਜ਼ ਏਜਡ ਮਦਰ, ਆਪਣੀ ਬਜ਼ੁਰਗ ਮਾਂ ਨੂੰ ਪਿਆਰ ਕਰਦਾ ਸੀ। ਐਂਡ ਡੈਲਟ ਵਿਦ ਹਰ ਵੈਰੀ ਟੈਂਡਰਲੀ, ਡੀਲ ਵਿਦ ਹੁੰਦਾ ਬੱਚੋ ਨਜਿੱਠਣਾ, ਵਿਹਾਰ ਕਰਨਾ, ਤੇ ਆਪਣੀ ਮਾਂ ਨਾਲ ਬੜੇ ਟੈਂਡਰਲੀ ਮੈਨੇ ਬੜੇ ਪਿਆਰ ਨਾਲ, ਬੜੇ ਚੰਗੇ ਸਲੀਕੇ ਦੇ ਨਾਲ ਆਪਣੀ ਮਾਂ ਦੇ ਨਾਲ ਵਿਵਹਾਰ ਕਰਦਾ ਸੀ। ਦੀ ਆਰਡਰ ਬਾਏ ਦੀ ਡਿਸਪੋਟ, डिस्पॉट रखो है बच्चों, इतने सी डिस्पोटिक, यह हैगा एडजैक्टिव डिस्पोटिक, तानाशाह लीडर, किदा दा लीडर, तानाशाह लीडर। इत्थे डिस्पॉट हैगा नाउन, मतलब कि दी ऑर्डर बाय द डिस्पॉट, उस तानाशाह वालों दिता गया ऑर्डर। फिल्ड, उन्हें ऑर्डर ने, हुक्म ने भर दिता। हिज, ओदा की भर दिता, हिज हार्ट, ओदा दिल, विद सौरो, उस गरीब किसान का जिहड़ा दिल सी उस तानाशाह के हुक्म नूं सुन के दुख नाल, दर्द नाल, उदासी नाल भर गया। फिल्ड इज हार्ट विद सौरो, सौरो हुंदा बच्चो दुख। अदर पीपल डिड नॉट थिंक ट्वाइस, जिहड़े होर लोग सी उन्होंने दूजी वार नहीं सोचिया, कहते चलो वधिया है, कई हर तरह के बंदे हुंदे ने कि बजुर्ग मापिਆਂ ਤੋਂ ਖਹਿੜਾ ਛੁੱਟੇਗਾ। अदर पीपल डिड नॉट थिंक ट्वाइस अबाउट ओबेइंग दी ऑर्डर, हुक्म की पालना करन बारे उन्होंने दूजी बार नहीं सोचा, कहते चलो ये तो वधिया हो गया, भाई पाप भी साढ़े सिर नहीं लगेगा, सानू बहाना मिल गया कि यह तो जी सूबेदार का हुक्म है, तां करके असीं अपने माता पिता नूं मरन लई छड्ड दिता है। सो अदर पीपल डिड नॉट थिंक ट्वाइस अबाउट ओबेइंग दी ऑर्डर ऑफ दी गवर्नर, गवर्नर हुई डिस्पॉट, जिहड़ा तानाशाह सी, गवर्नर सी, सूबेदार सी। बट दिस फार्मर वाज वेरी अनहैप्पी, पर जिहड़ा यह किसान सी यह बड़ा उदास सी, बड़ा नाखुश सी। हाउएवर, पर ही हैड टू ओबे द ऑर्डर, उन्होंने हुक्म की पालना करनी पैनी सी। सो दी फार्मर, इस करके उस किसान ने प्रिपेयर्ड, तैयारी की, फॉर वट एट दैट टाइम वाज कंसीडर्ड द काइंडेस्ट वे ऑफ डेथ, उन्हें काहदी तैयारी की जो उस वेले के हिसाब के नाल सब तो सौखे ढंग के नाल मारन का ढंग सी। उन्हें कहा भी मेरी माँ हुण मैनूं यह हुक्म ते पालना करनी पैनी है, क्योंकि उदों तानाशाही का राज सीगा, डेमोक्रेसी तो सीगी नहीं। सो उन्हें कहा भी चलो मैं हुण उहदी तैयारी करदा ते उस ढंग के नाल मैं माँ नूं मरन लई छड्ड दिंदा जिहड़ा जे च उहनूं दर्द, तकलीफ, दुख घट तो घट होवे। काइंडेस्ट वे ऑफ डेथ, अर्थात मौत का सब तो सुखाला, सब तो दया नाल भरपूर तरीका। जस्ट एट सनसैट, बिल्कुल सूरज डब्बण वेले। वैन हिज डेज वर्क एंडिड, जदों ਉਹਦੇ दिन का काम खत्म होया। ही टुक सम अनवाइटनड राइस, अनवाइटनड राइस बच्चो ਜਿਹੜੇ राइस ਨੂੰ ਚੌਲਾਂ ਨੂੰ ਵਾਲੇ ਪੋਲਿਸ਼ ਨਹੀਂ ਕੀਤਾ ਹੋਇਆ, ਜਿਹੜੇ ਬਰਾਊਨ ਰਾਈਸ कह लो, मतलब ठीक है ना, ਜਿਹਦੀ ਪੋਲਿਸ਼ਿੰਗ नहीं हुई पई, हाले साफ नहीं कीते होए, ਉਹਨੇ थोड़े ਜਿਹੇ ਉਹ अनवाइटनड राइस लए।
विच वाज दी मेन फूड फॉर दी पुअर, जो उस वेले गरीबां ਲਈ ਮੁੱਖ ਤੌਰ ਦਾ ਖੁਰਾਕ ਸੀ, ਮੁੱਖ ਤੌਰ ਦਾ ਖਾਣਾ ਸੀ। ਐਂਡ ਕੁਕਡ ਇਟ, ਉਹਨਾਂ ਨੂੰ ਪਕਾਇਆ, ਉਬਾਲਿਆ। ਡਰਾਈਡ ਇਟ, ਉਹਨਾਂ ਨੂੰ ਸੁਕਾਇਆ। ਐਂਡ ਟਾਈਡ ਇਟ ਇਨ ਅ ਕਲੌਥ, ਤੇ ਇੱਕ ਕੱਪੜੇ ਵਿੱਚ ਉਹਨਾਂ ਨੂੰ ਬੰਨ੍ਹ ਲਿਆ। ਵਿਚ ਹੀ swung in a in a bundle around the neck, around his neck, ਤੇ ਉਹਨੇ ਇੱਕ ਬੰਡਲ ਜਿਹਾ ਬਣਾ ਕੇ, ਗੱਠੜੀ ਜਿਹੀ ਬਣਾ ਕੇ ਆਪਣੀ ਧੌਣ ਦੇ ਆਲੇ ਦੁਆਲੇ, ਧੌਣ ਦੇ ਲਪੇਟੇ ਬੰਨੇ ਉਹਨੇ ਟੰਗ ਲਿਆ। ਜਿੱਦਾਂ ਬੰਦਾ ਇਹ ਦੋਨੋਂ ਪਾਸੇ, ਜਿੱਦਾਂ ਇਹ ਮਤਲਬ ਜਿਹੜੀ ਇਹ ਧੌਣ ਹੈਗੀ, ਜਿੱਦਾਂ ਇਹ ਧੌਣ ਹੈ, ਤੇ ਇੱਧਰ ਵੀ ਪਿੱਛੋਂ ਦੀ ਗਲੇ ਜਿੱਦਾਂ ਅਸੀਂ ਸਾਫਾ ਨਹੀਂ ਲਮਕਾਈਦਾ, ਤੇ ਇੱਕ ਗੱਠੜੀ ਚੌਲਾਂ ਦੀ ਇੱਥੇ ਪਾ ਲਈ ਤੇ ਦੂਜੇ ਸਿਰੇ ਤੇ ਵੀ ਉਹਨੇ ਫਿਰ ਉਹ ਗੱਠੜੀ ਲਟਕਾ ਲਈ, ਆਪਣੇ ਗਲੇ ਦੇ ਵਿੱਚ ਲਟਕਾ ਲਈ। ਚੌਲ ਉਬਾਲ ਕੇ, ਸੁਕਾ ਕੇ, ਗੱਠੜੀ ਜੀ ਬਣਾ ਕੇ, ਬੰਡਲ ਬਣਾ ਕੇ, ਅਰਾਊਂਡ ਹਿਜ਼ ਨੈਕ, along with a pot, ਤੇ ਨਾਲ ਇੱਕ ਲੈ ਲਿਆ ਭਾਂਡਾ। ਪੋਟ ਬਣੇ ਭਾਂਡਾ, ਫਿਲਡ ਵਿਦ ਕੂਲ ਵਾਟਰ, ਠੰਡੇ ਪਾਣੀ ਦਾ ਭਰਿਆ ਇੱਕ ਨਾਲ ਭਾਂਡਾ ਲੈ ਲਿਆ। ਜਾਂ ਇਹਨੂੰ ਇੱਦਾਂ ਕਹਿ ਲਓ ਕਿ ਇੱਕ ਸਿਰੇ ਤੇ ਸਾਫੇ ਦੇ ਬੰਡਲ ਦੇ ਕੱਪੜੇ ਦੇ ਸਿਰੇ ਤੇ ਉਹਨੇ ਚੌਲ ਬੰਨ ਲਏ, ਤੇ ਦੂਜੇ ਸਿਰੇ ਤੇ ਉਹਨੇ ਪੋਟ ਜਿਹੜਾ ਬੰਨ ਲਿਆ, ਤਾਂ ਕਿ ਦੋਨੋਂ ਪਾਸੇ ਬੈਲੈਂਸ ਬਣਿਆ ਰਵੇ, ਤੇ ਉਹਨੇ ਧੌਣ ਦੇ ਆਲੇ ਦੁਆਲੇ ਲਟਕਾ ਲਿਆ। Then he lifted his helpless old mother, ਫਿਰ ਉਸਨੇ ਆਪਣੀ ਹੈਲਪਲੈਸ ਮੈਨੇ ਲਾਚਾਰ, ਉਹਨੇ ਆਪਣੀ ਲਾਚਾਰ ਬਜ਼ੁਰਗ ਮਾਂ ਨੂੰ ਚੱਕਿਆ। ਕਿੱਥੇ ਚੱਕਿਆ? on his back, ਆਪਣੀ ਪਿੱਠ ਤੇ, ਜਿਹੜਾ ਕਨੇਡੀ ਤੇ ਚੱਕ ਲਿਆ। and started on his painful journey up the mountain, ਕਿਉਂਕਿ ਉਹ ਪਹਾੜ ਦੇ ਥੱਲੇ ਰਹਿੰਦੇ ਸੀਗੇ, ਤੇ ਪੇਨਫੁਲ ਮੈਨੇ ਕਸ਼ਟਦਾਇਕ, ਔਖਾ ਸੀ, ਪਹਾੜੀ ਵੀ ਚੜ੍ਹਨੀ ਹੈ, ਮਾਂ ਵੀ ਚੱਕੀ ਹੋਈ ਹੈ, ਨਾਲ ਸਮਾਨ ਵੀ ਲਿਆ। ਸੋ ਉਹਨੇ ਆਪਣੀ ਇਹ ਕਸ਼ਟਦਾਇਕ ਜਿਹੜਾ ਸਫ਼ਰ ਸੀਗਾ ਪਹਾੜ ਦੇ ਉੱਪਰਲਾ, ਉਹ ਉਹਨੇ ਸ਼ੁਰੂ ਕੀਤਾ। ਦੀ ਰੋਡ ਵਾਜ਼ ਲੌਂਗ ਐਂਡ ਸਟੀਪ, ਜਿਹੜੀ ਸੜਕ ਸੀ, ਪਹਾੜੀ ਰਸਤਾ ਸੀ, ਉਹ ਬੜਾ ਲੰਬਾ ਸੀ, ਅਤੇ ਸਟੀਪ ਮੈਨੇ ਢਾਲ ਵਾਲਾ ਸੀ, ਢਲਵਾਂ ਸੀ, ਖੜਵਾਂ ਸੀ, ਮਤਲਬ ਕਿ ਚੜ੍ਹਾਈ ਬੜੀ ਉੱਚੀ ਸੀ। ਦੀ ਨੈਰੋ ਮੈਨੇ ਭੀੜੀ ਰੋਡ, ਭੀੜਾ ਰਸਤਾ ਜਿਹੜਾ ਸੀਗਾ, ਵਾਜ਼ ਕ੍ਰੋਸਡ ਐਂਡ ਰੀਕ੍ਰੋਸਡ ਬਾਈ ਮੈਨੀ ਪਾਥਸ, ਉਹਦੇ ਤੋਂ ਖੱਬੇ ਤੋਂ ਸੱਜੇ, ਫਿਰ ਸੱਜੇ ਤੋਂ ਖੱਬੇ ਰਾਹ ਜਾਂਦੇ ਸੀ, ਬੜੇ ਚੀਰ ਕੇ ਰਾਹ ਜਾ ਰਹੇ ਸੀਗੇ। ਅਰਥਾਤ ਉਹ ਸਿੱਧੀ ਉਹ ਨਹੀਂ ਸੀਗੀ, ਉਹਦੇ ਸੱਜੇ ਖੱਬੇ ਬੜੇ ਸਾਰੇ ਰਾਹ ਬਣੇ ਹੋਏ ਸੀਗੇ। ਜਿਹੜਾ ਰਾਹ ਸੱਜੇ ਤੋਂ ਖੱਬੇ ਜਾਂਦਾ ਸੀ, ਅੱਗੇ ਘੁੰਮ ਕੇ ਫਿਰ ਖੱਬੇ ਤੋਂ ਸੱਜੇ ਆਉਂਦਾ ਸੀਗਾ, ਫਿਰ ਸੱਜੇ ਤੋਂ ਖੱਬੇ ਜਾਂਦਾ ਸੀ, ਘੁੰਮ ਕੇ, ਇੱਦਾਂ ਬੜੇ ਸਾਰੇ ਰਾਹ ਬਣੇ ਹੋਏ ਸੀਗੇ। ਮੈਨੀ ਪਾਥਸ ਮੇਡ ਬਾਈ ਦੀ ਹੰਟਰਸ ਐਂਡ ਦੀ ਵੁੱਡ ਕਟਰਸ, ਹੰਟਰ ਮੈਨੇ ਸ਼ਿਕਾਰੀ, ਐਂਡ ਵੁੱਡ ਕਟਰਸ ਲੱਕੜਹਾਰੇ। ਇਹ ਰਾਹ ਕਿਹਨਾਂ ਨੇ ਬਣਾਏ ਸੀਗੇ? ਜਿਹੜੇ ਪਹਾੜਾਂ 'ਚ ਕੋਈ ਸ਼ਿਕਾਰ ਕਰਦੇ ਸੀਗੇ, ਜਾਂ ਜਿਹੜੇ ਲੱਕੜਹਾਰੇ ਸੀਗੇ, ਲੱਕੜ ਵੱਢ ਕੇ ਲਿਆਂਦੇ ਸੀਗੇ, ਬਾਲਣ ਇਕੱਠਾ ਕਰਦੇ ਸੀ, ਲੱਕੜਾਂ ਵੇਚਦੇ ਸੀਗੇ, ਉਹਨਾਂ ਬੰਦਿਆਂ ਨੇ ਇੱਦਾਂ ਦੇ ਮੇਨ ਰੋਡ, ਜਿਹੜੀ ਉਹ ਮੇਨ ਰਾਹ ਸੀ, ਉਹਦੇ ਆਰ ਪਾਰ ਦੋਨੋਂ ਪਾਸੇ ਕਿੰਨੇ ਸਾਰੇ ਰਾਹ ਇੱਦਾਂ ਦੇ ਬਣਾਏ ਹੋਏ ਸੀਗੇ। ਐਟ ਸਮ ਪਲੇਸਿਸ, ਕਈ ਥਾਵਾਂ ਤੇ, ਦੇ ਗੋਟ ਲੋਸਟ ਮੈਨੇ ਉਹ ਰਾਹ ਭੁੱਲ ਗਏ। ਐਂਡ ਕਨਫਿਊਜ਼ਡ ਨੇ ਬੌਂਦਲ ਗਏ, ਪਤਾ ਨਹੀਂ ਲੱਗੇ ਵੀ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਗਵਾਚ ਗਏ ਤੇ ਰਸਤਾ ਭੁੱਲ ਗਏ। ਬਟ ਹੀ ਡਿਡ ਨਾਟ ਥਿੰਕ ਅਬਾਊਟ ਇਟ, ਪਰ ਉਹਨੇ ਇਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ, ਉਹ ਕਿਸਾਨ ਨੇ। ਠੀਕ ਹੈ, ਕਿਉਂ ਨਹੀਂ ਦਿੱਤੀ? ਹੀ ਵਾਜ਼ ਅਬਾਊਟ ਟੂ ਅਬੰਡਨ ਹਿਜ਼ ਡੀਅਰ ਮਦਰ, ਉਹ ਤੇ ਆਪਣੀ ਪਿਆਰੀ ਮਾਂ ਨੂੰ ਛੱਡਣ ਜਾ ਰਿਹਾ ਸੀ, ਤਿਆਗਣ ਜਾ ਰਿਹਾ ਸੀ। ਠੀਕ ਹੈ, ਸੋ ਇਟ ਡਿਡ ਨਾਟ ਮੈਟਰ, ਸੋ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਸੀਗਾ। ਵਿਚ ਪਾਥ ਹੀ ਟੁਕ, ਕਿ ਉਹਨੇ ਕਿਹੜਾ ਰਾਹ ਲਿਆ ਟੂ ਰੀਚ ਦੀ ਮਾਊਂਟੇਨ ਟੌਪ, ਪਹਾੜ ਦੇ ਸਿਖਰ ਤੇ ਪਹੁੰਚਣ ਲਈ ਉਹ ਕਿਹੜਾ ਰਾਹ ਲੈਂਦਾ ਹੈ, ਉਹਦਾ ਕੋਈ ਬਹੁਤ ਫਰਕ ਨਹੀਂ ਪੈਂਦਾ, ਕਿਉਂਕਿ ਉਹ ਕਹਿੰਦਾ ਮੈਂ ਤੇ ਆਪਣੀ ਮਾਂ ਨੂੰ ਮਰਨ ਨਹੀਂ ਛੱਡਣ ਜਾ ਰਿਹਾ, ਤੇ ਕੀ ਫਰਕ ਪੈਂਦਾ ਮੈਂ ਇਸ ਰਾਹ ਤੋਂ ਜਾਵਾਂ ਜਾਂ ਇਸ ਰਾਹ ਤੋਂ ਜਾਵਾਂ, ਛੋਟੇ ਰਾਹ ਤੋਂ ਜਾਵਾਂ ਜਾਂ ਵੱਡੇ ਰਾਹ ਤੋਂ ਜਾਵਾਂ। ਔਨ ਹੀ ਵੈਂਟ, ਤੇ ਇਸ ਤਰ੍ਹਾਂ ਉਹ ਅੱਗੇ ਵੱਧਦਾ ਗਿਆ। ਕਲਾਈਂਬਿੰਗ ਬਲਾਈਂਡਲੀ ਅਪਵਰਡ, ਬਲਾਈਂਡਲੀ ਮੈਨੇ ਅੰਨ੍ਹੇਵਾਹ, ਬਿਨਾਂ ਸੋਚੇ ਵਿਚਾਰੇ ਉੱਪਰ ਨੂੰ ਉਹ ਚੜ੍ਹਦਾ ਗਿਆ। ਐਵਰ ਅਪਵਰਡ, ਹੋਰ ਉੱਪਰ, ਟੂਵਰਡਸ ਦੀ ਹਾਈ ਬੇਅਰ ਸਮਿਟ, ਤੇ ਉੱਚਾ ਜਿਹੜਾ ਬੇਅਰ ਮੈਨੇ ਨੰਗਾ, ਪੱਧਰਾ ਜਿਹੜਾ, ਸਮਿਟ ਮੈਨੇ ਹੁੰਦਾ ਬੱਚਿਓ, ਬੇਅਰ ਮੈਨੇ ਨੰਗਾ, ਅਰਥਾਤ ਇੱਥੇ ਕਹਿਣਾ ਕੇਵਲ ਚੋਟੀਆਂ ਤੇ ਕੀ ਹੁੰਦਾ ਬੱਚਿਓ, ਚੋਟੀਆਂ ਥੋੜੀ ਨਾ ਉੱਤੇ ਫਲੈਟ ਹੁੰਦੀਆਂ, ਪੱਧਰੀਆਂ ਹੁੰਦੀਆਂ। ਉੱਥੇ ਕਈ ਲੋਕੀ ਕੈਂਪਿੰਗ ਕਰਦੇ ਨੇ, ਕਿ ਜਿੱਦਾਂ ਆਪਣੇ ਪਹਾੜ ਤੇ ਚੜ੍ਹਨ ਦਾ ਸ਼ੌਕ ਰੱਖਦੇ ਨੇ, ਉਹ ਪਹਾੜ ਦੀ ਜਿਹੜੀ ਚੋਟੀ ਬਿਲਕੁਲ ਨੁਕੀਲੀ ਕੀ ਜਗ੍ਹਾ ਨਹੀਂ ਹੁੰਦੀ, ਉਹ ਪੱਧਰੀ ਹੁੰਦੀ ਹੈ, ਤੇ ਉੱਥੇ ਕੋਈ ਬਨਸਪਤੀ ਘਾਹ ਜਾਂ ਬੂਟੇ ਨਹੀਂ ਲੱਗੇ ਹੁੰਦੇ। ਪਹਾੜ ਦੇ ਜਿਹੜਾ ਢਲਵਾਂ ਰਾਹ ਹੈ, ਉੱਥੇ ਤੇ ਬੂਟੇ ਬਾਟੇ ਹੁੰਦੇ ਨੇ, ਪਰ ਇਹ ਥਾਂ ਨੰਗਾ ਹੁੰਦਾ। ਸੋ ਟੂਵਰਡਸ ਦੀ ਹਾਈ ਬੇਅਰ, ਨੰਗਾ, ਸਮਿਟ ਮੈਨੇ ਚੋਟੀ, ਸਿਖਰ, ਨੋਨ ਐਜ਼ ਓਬਾਤਸੂਯਾਮਾ, ਇਹ ਉਸ ਚੋਟੀ ਦਾ ਨਾਂ ਸੀ, ਜਿੱਦਾਂ ਸਾਡੇ ਹਿਮਾਲਿਆ ਪਰਬਤ ਦਾ ਚੋਟੀਆਂ ਦਾ ਕੀ ਨਾਮ ਹੈਗਾ ਹਨਾ, ਜਿੱਦਾਂ ਅਸੀਂ ਐਵਰੈਸਟ ਕਹਿ ਦਿੰਦੇ ਹਾਂ। ਸੋ ਇੱਦਾਂ ਓਬਾਤਸੂਯਾਮਾ, ਉਹ ਪਹਾੜ ਦੀ ਚੋਟੀ ਦਾ ਨਾਂ ਸੀਗਾ। ਦੀ ਮਾਊਂਟੇਨ ਵੇਅਰ ਦੀ
एजड वर एबंडेंट। ਤੇ ਕਹਿੰਦੇ ਉਹੀ ਮਾਊਂਟੇਨ ਸੀ, ਉਹੀ ਪਹਾੜ ਸੀ ਜਿੱਥੇ ਜਿਹੜੇ ਏਜਡ ਮੈਨੇ ਬਜ਼ੁਰਗਾਂ ਨੂੰ ਤਿਆਗ ਦਿੱਤਾ ਜਾਂਦਾ ਸੀ, ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਅਬੰਡਨ ਹੁੰਦਾ ਬੱਚੋ ਛੱਡ ਦੇਣਾ, ਟੂ ਗਿਵ ਅਪ, ਟੂ ਫੋਰਸੇਕ। ਠੀਕ ਹੈ, ਅੱਗੇ ਫਿਰ ਦੇਖੋ ਕਹਿੰਦੇ ਦੀ ਆਈਜ਼ ਆਫ ਦੀ ਓਲਡ ਮਦਰ ਵਰ ਨਾਟ ਸੋ ਡਿਮ। ਡਿਮ ਹੁੰਦਾ ਧੁੰਦਲਾ ਜਾਂ ਮੱਧਮ। ਹੁਣ ਬਜ਼ੁਰਗੀ ਵਿੱਚ ਅੱਖਾਂ ਤੇ ਨਿਗਾਹ ਕਮਜ਼ੋਰ ਹੋਈ ਜਾਂਦੀ ਹੈ, ਪਰ ਕਹਿੰਦੇ ਉਹ ਬਜ਼ੁਰਗ ਮਾਂ ਦੀਆਂ ਅੱਖਾਂ ਇੰਨੀਆਂ ਮੱਧਮ ਨਹੀਂ ਸੀ। that they could not notice, ਕਿ ਉਹ ਅੱਖਾਂ ਇਸ ਗੱਲ ਨੂੰ ਗੌਰ ਨਾ ਕਰਦੀਆਂ। ਕੀ ਗੌਰ ਨਾ ਕਰਦੀਆਂ? the reckless hastening, reckless ਹੁੰਦੀ ਬੱਚਿਓ ਲਾਪਰਵਾਹੀ ਵਾਲੀ, hastening ਮੈਨੇ ਕਾਲੀ ਕਾਲੀ ਚ, from one path to another। ਉਹਨੇ ਜਿਹੜੇ ਦੇਖਿਆ ਕਿ ਮੇਰਾ ਮੁੰਡਾ ਤੇ ਬੜੀ ਕਾਲੀ ਵਿੱਚ ਤੇ ਅੰਨ੍ਹੇਵਾਹ ਬੇਤਰਤੀਬੀ ਦੇ ਨਾਲ, ਲਾਪਰਵਾਹੀ ਦੇ ਨਾਲ ਕਦੀ ਇੱਧਰ ਕਦੀ ਇਹ ਰਾਹ ਪੈ ਰਿਹਾ, ਕਦੀ ਇਹ ਰਾਹ ਪੈ ਰਿਹਾ, ਕਦੀ ਇਹ ਰਾਹ ਪੈ ਰਿਹਾ, ਤੇ ਉਹਨੂੰ ਪਤਾ ਲੱਗ ਗਿਆ ਵੀ ਗੜਬੜ ਹੈ ਕੋਈ, ਹਨਾ। from one path to another and her loving heart grew anxious। anxious मैंने बेचैन हो गया, चिंतित हो गया। loving heart ਉਹਦਾ ਪਿਆਰਾ ਹਿਰਦਾ, ਆਪਣੇ ਪੁੱਤਰ ਦੇ ਲਈ ਪਿਆਰ ਨਾਲ ਭਰਿਆ ਹੋਇਆ ਉਹਦਾ ਹਿਰਦਾ ਜਿਹੜਾ ਸੀਗਾ ਮਾਂ ਦਾ, ਉਹ ਬੇਚੈਨ ਹੋ ਗਿਆ ਕਿ ਮੇਰਾ ਪੁੱਤ ਕਦੀ ਇੱਧਰ ਕਦੀ ਇਹ ਰਾਹ, ਕਦੀ ਇਹ ਰਾਹ, ਕਦੀ ਇਹ ਰਾਹ ਜਾ ਰਿਹਾ ਹੈ। ਤੇ ਉਹਨੂੰ ਤੇ ਪਤਾ ਹੀ ਸੀਗਾ ਕਿਉਂਕਿ ਉਹ ਵੀ ਉਸੇ ਸੂਬੇ 'ਚ ਰਹਿੰਦੀ ਸੀ ਤੇ ਹੁਕਮਾਂ ਦਾ ਉਹਨੂੰ ਵੀ ਪਤਾ ਹੋਣਾ, ਤੇ ਹੋਰ ਬਜ਼ੁਰਗ ਵੀ ਕਈ ਇੱਦਾਂ ਛੱਡੇ ਗਏ ਹੋਣਗੇ, ਉਹਨੂੰ ਪਤਾ ਹੀ ਸੀਗਾ। ਸੋ ਹਰ ਸਨ ਡਿਡ ਨਾਟ ਨੋ ਮੈਨੀ ਪਾਥਸ ਆਫ ਦੀ ਮਾਊਂਟੇਨ। ਹੁਣ ਇਹ ਸੋਚਦੀ ਪਈ ਹੈ, ਮਾਂ ਸੋਚਦੀ ਪਈ ਹੈ ਵੀ ਹਰ ਸਨ ਡਿਡ ਨਾਟ ਨੋ ਮੈਨੀ ਪਾਥਸ ਆਫ ਦਾ ਮਾਊਂਟੇਨ, ਕਿ ਉਹਦੇ ਪੁੱਤਰ ਨੂੰ ਪਹਾੜ ਦੇ ਕਈ ਰਸਤਿਆਂ ਬਾਰੇ ਪਤਾ ਨਹੀਂ ਸੀ, ਉਹ ਉਹਨਾਂ ਤੋਂ ਓਪਰਾ ਸੀ, ਉਹਨਾਂ ਤੋਂ ਅਣਜਾਣ ਸੀ। ਐਂਡ ਹਿਜ਼ ਰਿਟਰਨ, ਤੇ ਜਿੱਲੇ ਉਹ ਮੈਨੂੰ ਛੱਡ ਕੇ ਵਾਪਸ ਜਾਏਗਾ। ਇਹ ਮਾਂ ਸੋਚਦੀ ਪਈ ਹੈ, ਦੇਖੋ ਪੁੱਤਰ ਮਾਂ ਨੂੰ ਮਾਰਨ ਲਈ ਛੱਡਣ ਜਾ ਰਿਹਾ ਤੇ ਮਾਂ ਸੋਚਦੀ ਹੈ ਕਿ ਮੇਰੇ ਪੁੱਤਰ ਨੂੰ ਰਾਹ ਦਾ ਨਹੀਂ ਪਤਾ ਹੈਗਾ, ਤੇ ਔਨ ਹਿਜ਼ ਰਿਟਰਨ ਮਾਈਟ ਬੀ ਡੇਂਜਰਸ, ਤੇ ਜਿੱਲੇ ਉਹ ਰਾਹ 'ਚ ਜਿੱਲੇ ਵਾਪਸ ਜਾਏਗਾ ਤੇ ਉਹਦੇ ਲਈ ਖਤਰਾ ਨਾ ਹੋ ਜਾਏ। ਠੀਕ ਹੈ, ਸੋ ਹੀ ਸਟ੍ਰੈਚਡ ਫੋਰਥ ਹਰ ਹੈਂਡ, ਤੇ ਇਹ ਸੋਚਦੇ ਉਹਨੇ ਕੀ ਕੀਤਾ, ਘਨੇੜੀ ਤੇ ਚੜੀ ਨੇ ਆਪਣਾ ਹੱਥ ਬਾਹਰ ਅੱਡਿਆ, ਐਂਡ ਸਨੈਪਡ, ਅਤੇ ਤੜਕ ਕਰਕੇ ਤੋੜਿਆ। ਕੀ ਤੋੜਿਆ? ਟਵਿਗਸ ਬਣੇ ਟਾਹਣੀਆਂ, ਫਰੋਮ ਬੁਸ਼ਿਜ਼ ਐਜ਼ ਦੇ ਪਾਸਟ। ਭੀੜਾ ਰਾਹ ਸੀਗਾ, ਆਲੇ ਦੁਆਲੇ ਝਾੜੀਆਂ ਸੀਗੀਆਂ, ਤੇ ਉਹਨੇ ਕੀ ਕੀਤਾ, ਹੱਥ ਅੱਡ ਕੇ, ਹੱਥ ਬਾਹਰ ਕਰਕੇ, ਸਟ੍ਰੈਚ ਕਰਕੇ, ਬੂਝਾਂ ਜਾਂ ਝਾੜੀਆਂ ਜਿਹੜੀਆਂ ਰਾਹ 'ਚ ਆਈਆਂ ਉਹਨਾਂ ਦਾ ਗੁੱਛਾ ਫੜ ਫੜ ਕੇ ਟਾਹਣੀਆਂ ਤੋੜਨ ਲੱਗ ਗਈ। ਤੇ ਸ਼ੀ ਕੁਆਇਟਲੀ ਡ੍ਰੌਪਡ ਅ ਹੈਂਡਫੁਲ, ਕੁਆਇਟਲੀ ਮੈਨੇ ਚੁੱਪ ਚਪੀਤੇ, ਡ੍ਰੌਪਡ ਮੈਨੇ ਸੁੱਟਦੀ ਗਈ, ਅ ਹੈਂਡਫੁਲ, ਹੱਥ ਵਿੱਚ ਜਿੰਨੀਆਂ ਟਾਹਣੀਆਂ ਆਈਆਂ ਤੋੜ ਕੇ ਉਹਨੇ ਚੁੱਪ ਕਰਕੇ ਉੱਥੇ ਰਾਹ 'ਚ ਛੱਡਦੀ ਗਈ। ਐਵਰੀ ਫਿਊ ਸਟੈਪਸ, ਹਰ ਥੋੜੇ ਕਦਮਾਂ ਬਾਅਦ, ਵੀ ਸਿੱਟੀ, ਫਿਰ ਮੁੰਡਾ ਅੱਗੇ ਗਿਆ, ਫਿਰ ਅੱਗੇ ਜਾ ਕੇ ਸਿੱਟੀ, ਫਿਰ ਨਿਸ਼ਾਨੀਆਂ ਲਾਉਂਦੀ ਪਈ ਹੈ। ਆਫ ਦਾ ਵੇ ਸੋ ਦੈਟ ਐਜ਼ ਦੇ ਕਲਾਈਮਡ, ਤਾਂ ਕਿ ਜਿਵੇਂ ਜਿਵੇਂ ਉੱਪਰ ਚੜ੍ਹਦੇ ਗਏ, ਦੀ ਨੈਰੋ ਪਾਥ ਬਿਹਾਈਂਡ ਦੈਮ, ਜਿਹੜਾ ਉਹ ਭੀੜਾ ਰਸਤਾ ਸੀ ਉਹਨਾਂ ਦੇ ਪਿੱਛੇ ਪਿੱਛੇ ਸੀ, ਵਾਜ਼ ਡੋਟਿਡ ਵਿਦ ਮੈਨੀ ਪਾਈਲਸ ਆਫ ਟਵਿਗਸ, ਉਹ ਜਿਹੜੀਆਂ ਟਾਹਣੀਆਂ ਸੀਗੀਆਂ ਉਹਨਾਂ ਦੀ ਨਿੱਕੀਆਂ ਨਿੱਕੀਆਂ ਢੇਰੀਆਂ ਜਿਹੜੀਆਂ ਨੇ, ਉਹ ਨੈਰੋ ਪਾਥ ਦੇ ਉੱਤੇ ਭੀੜੇ ਰਸਤੇ ਤੇ ਉਹਦੀਆਂ ਨਿਸ਼ਾਨੀਆਂ ਲੱਗਦੀਆਂ ਗਈਆਂ। ਡੋਟਿਡ ਮੈਨੇ ਡਾਟ ਡਾਟ ਪੈਂਦੇ ਗਏ, ਜਦੋਂ ਡੋਟਿਡ ਲਾਈਨ ਨਹੀਂ ਬੋਲਦੇ, ਮਤਲਬ ਕਿ ਇੱਕ ਡਾਟ ਪਈ, ਫਿਰ ਅੱਗੇ 4-5 ਗੱਜ ਗਏ, 8-10 ਗੱਜ ਗਏ, ਫਿਰ ਅੱਗੇ ਇੱਕ ਢੇਰੀ ਨਜ਼ਰ ਆ ਗਈ, ਫਿਰ ਥੋੜਾ 15-20 ਕਦਮ ਅੱਗੇ ਗਏ, ਫਿਰ ਥੋੜੀਆਂ ਢੇਰੀਆਂ ਨਜ਼ਰ ਆ ਗਈਆਂ। ਸੋ ਇਹਦਾ ਡੋਟਿਡ ਮੈਨੇ ਉਹਦੇ ਨਿਸ਼ਾਨ, ਉਹਦੀਆਂ ਨਿਸ਼ਾਨੀਆਂ ਉਸ ਰਾਹ ਤੇ ਪੈਂਦੀਆਂ ਗਈਆਂ। ਕਿਹਦੀ ਨਿਸ਼ਾਨੀਆਂ ਪਿਆਰੇ ਬੱਚਿਓ? ਉਸ ਟਾਹਣੀਆਂ ਦੀਆਂ ਢੇਰੀ ਦੀਆਂ। ਠੀਕ ਹੈ, ਐਟ ਲਾਸਟ, ਅਖੀਰ ਨੂੰ, ਹੀ ਦੀ ਸਮਿਟ ਵਾਜ਼ ਰੀਚਡ, ਤੇ ਜਿਹੜਾ ਉਹ ਸੀਗਾ ਸਿਖਰ ਸੀਗਾ ਉਹ ਪਹੁੰਚ ਗਿਆ, ਉੱਥੇ ਪਹੁੰਚ ਗਿਆ। ਵੇਅਰੀ ਐਂਡ ਹਾਰਟ ਸਿਕ, ਵੇਅਰੀ ਮੈਨੇ ਥੱਕਿਆ ਟੁੱਟਿਆ, ਐਂਡ ਹਾਰਟ ਸਿਕ ਮੈਨੇ ਦੁਖੀ ਹਿਰਦੇ ਨਾਲ ਭਰਿਆ ਹੋਇਆ। ਸੋ ਬਹੁਤ ਦੁਖੀ ਹਿਰਦੇ ਅਤੇ ਥੱਕਿਆ ਟੁੱਟਿਆ, ਦੀ ਯੂਥ ਮਤਲਬ ਗੱਭਰੂ, ਜਿਹੜਾ ਯੰਗ, ਜਿਹੜਾ ਉਹ ਫਾਰਮਰ ਹੈਗਾ ਉਹਨੂੰ ਯੂਥ ਕਿਹਾ ਇੱਥੇ, ਅਰਥਾਤ ਜਵਾਨ ਨੇ, ਜੈਂਟਲੀ ਮੈਨੇ ਬੜੇ ਪਿਆਰ ਦੇ ਨਾਲ, ਰਿਲੀਜ਼ਡ ਹਿਜ਼ ਬਰਡਨ, ਬਰਡਨ ਮੈਨੇ ਭਾਰ, ਅਰਥਾਤ ਇਹਦੇ ਭਾਰ ਦਾ ਕੀ ਮਤਲਬ ਹੈ? ਮਾਂ। ਰਿਲੀਜ਼ ਮੈਨੇ ਹੌਲਾ ਕੀਤਾ, ਉਹਨੇ ਆਪਣਾ ਭਾਰ ਜਿਹੜਾ ਸੀ ਆਪਣੀ ਮਾਂ ਨੂੰ ਥੱਲੇ ਬੜੇ ਪਿਆਰ ਨਾਲ ਲਾਇਆ। ਐਂਡ ਸਾਇਲੈਂਟਲੀ, ਅਤੇ ਚੁੱਪ ਕਰਕੇ, ਮਤਲਬ ਬਿਨਾਂ ਕੁਝ ਬੋਲੇ, ਪ੍ਰੀਪੇਅਰਡ ਅ ਪਲੇਸ ਆਫ ਕੰਫਰਟ, ਤੇ ਬਿਨਾਂ ਬੋਲੇ ਕੁਝ ਬੋਲੇ ਉਹਨੇ ਇੱਕ ਸੁੱਖ ਆਰਾਮ ਵਾਸਤੇ ਇੱਕ ਥਾਂ ਤਿਆਰ ਕੀਤੀ। ਪ੍ਰੀਪੇਅਰਡ ਅ ਪਲੇਸ ਆਫ ਕੰਫਰਟ ਐਜ਼ ਹਿਜ਼ ਲਾਸਟ ਡਿਊਟੀ, ਆਪਣਾ ਆਖਰੀ ਫਰਜ਼ ਸਮਝਦੇ ਹੋਏ, ਟੂ ਦੀ ਲਵਡ ਵਨ, ਆਪਣੀ ਪਿਆਰੀ ਮਾਂ ਵਾਸਤੇ। ਠੀਕ ਹੈ, ਗੈਦਰਿੰਗ ਫਾਲਨ ਪਾਈਨ ਨੀਡਲਸ, ਹੁਣ ਬੱਚੇ ਪਾਈਨ ਚੀੜ ਦਾ ਜਾਂ ਦਿਓਦਾਰ ਦਾ ਇੱਕ ਪੇੜ ਹੁੰਦਾ ਹੈ,
ਤੇ ਉਹਦੀ ਨੀਡਲ ਦਾ ਮਤਲਬ ਹੈ ਗਿਆ ਉਹਦੀਆਂ ਨਾ ਪਤਲੀਆਂ ਪਤਲੀਆਂ ਲੰਬੀਆਂ ਲੰਬੀਆਂ ਪੱਤੀਆਂ ਹੁੰਦੀਆਂ। ਮੈਂ ਤੁਹਾਨੂੰ ਅੱਗੇ ਫੋਟੋ ਦਿਖਾਵਾਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਤੇ ਉਹਨੇ ਕੀ ਕੀਤਾ, ਉਹ ਪਹਾੜ ਤੇ ਬੜੇ ਸਾਰੇ ਦੇਵਦਾਰ ਦੇ ਪੇੜ ਹੁੰਦੇ ਨੇ, ਪਹਾੜ ਭਰੇ ਹੁੰਦੇ ਨੇ ਜ਼ਿਆਦਾਤਰ, ਤੇ ਪੱਤੀਆਂ ਡਿੱਗਦੀਆਂ ਹੁੰਦੀਆਂ। ਉਹਨੇ ਉਹ ਪੱਤੀਆਂ ਜਿਹੜੀਆਂ ਸੀਗੀਆਂ, ਜਿਹਨੂੰ ਪਾਈਨ ਨੀਡਲਸ ਕਹਿੰਦੇ, ਨੀਡਲ ਮੈਨੇ ਸੂਈ ਹੁੰਦਾ ਹੈ, ਤੇ ਪਾਈਨ ਨੀਡਲਸ ਦਾ ਮਤਲਬ ਹੈ ਉਹ ਉਹਦੀਆਂ ਤਿੱਖੀਆਂ ਲੰਬੀਆਂ ਜਿਹੜੀਆਂ ਪੱਤੀਆਂ ਸੀਗੀਆਂ ਪਾਈਨ ਦੇ ਰੁੱਖ ਦੀਆਂ, ਚੀੜ ਦੇ ਰੁੱਖ ਦੀਆਂ ਜਾਂ ਦੇਵਦਾਰ ਦੇ ਰੁੱਖ ਦੀਆਂ, ਉਹਨੇ ਇਕੱਠੀਆਂ ਕੀਤੀਆਂ। ਹੀ ਮੇਡ ਅ ਸੌਫਟ ਕੁਸ਼ਨ, ਤੇ ਉਹਨੇ ਇੱਕ ਪੋਲਾ ਜਿਹਾ ਗੱਦਾ ਤਿਆਰ ਕੀਤਾ। ਐਂਡ ਟੈਂਡਰਲੀ, ਅਤੇ ਬੜੇ ਪਿਆਰ ਦੇ ਨਾਲ, ਲਿਫਟਿਡ ਹਿਜ਼ ਮਦਰ ਔਨ ਟੂ ਇਟ, ਤੇ ਚੱਕ ਕੇ ਬੜੇ ਪਿਆਰ ਨਾਲ ਆਪਣੀ ਮਾਂ ਨੂੰ ਉਸ ਗੱਦੇ ਦੇ ਉੱਤੇ ਬਿਠਾ ਦਿੱਤਾ। ਕਿਹੜਾ ਗੱਦਾ? ਪਾਈਨ ਨੀਡਲਸ ਦਾ, ਦੇਵਦਾਰ ਦੀ ਪੱਤੀਆਂ ਦਾ। ਹੀ ਰੈਪਡ ਹਰ ਪੈਡਡ ਕੋਟ ਮੋਰ ਕਲੋਜ਼ਲੀ, ਤੇ ਉਹਨੇ ਕੀ ਕੀਤਾ, ਜਿਹੜਾ ਨਾਲ ਉਹਦੇ ਕੰਬਲ ਜਿਹਾ ਸੀਗਾ, ਪੈਡਡ ਕੋਟ ਮੈਨੇ ਗੱਦੇਦਾਰ ਜਿਹੜਾ ਕੋਟ ਸੀਗਾ, ਉਹਨੇ ਆਪਣੀ ਮਾਂ ਦੇ ਆਲੇ ਦੁਆਲੇ ਹੋਰ ਟਾਈਟ ਕਰਕੇ ਲਪੇਟ ਦਿੱਤਾ। ਹੀ ਰੈਪਡ ਉਹਨੇ ਲਪੇਟਣਾ, ਹਰ ਪੈਡਡ ਕੋਟ ਮੋਰ ਕਲੋਜ਼ਲੀ ਅਬਾਊਟ ਹਰ ਸਟੂਪਿੰਗ ਸ਼ੋਲਡਰਸ ਹੁੰਦੇ ਬੱਚੇ ਮੋਢੇ, ਤੇ ਸਟੂਪਿੰਗ ਹੁੰਦੇ ਝੁਕਦੇ ਹੋਏ। ਜਦੋਂ ਬੱਚੇ ਅਸੀਂ ਜਵਾਨ ਹੁੰਦੇ ਹਾਂ ਤੇ ਸਾਡੇ ਮੋਢੇ ਚੌੜੇ ਹੁੰਦੇ ਨੇ, ਪਰ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਤੇ ਦੇਖੋ ਸਾਡੇ ਮੋਢੇ ਢਲ ਜਾਂਦੇ ਨੇ, ਥੱਲੇ ਨੂੰ ਝੁਕ ਜਾਂਦੇ ਨੇ। ਸੋ ਉਸ ਨੇ ਆਪਣੀ ਮਾਂ ਦੇ ਝੁਕੇ ਹੋਏ ਜਿਹੜੇ ਮੋਢੇ ਸੀ, ਉਹਨਾਂ ਦੇ ਆਲੇ ਦੁਆਲੇ ਥੋੜਾ ਹੋਰ ਕੱਸ ਕੇ, ਜਿਹੜਾ ਉਹ ਸੀਗਾ ਗੱਦੇਦਾਰ ਕੋਟ ਸੀਗਾ, ਉਹਦਾ ਕੰਬਲ ਜਿਹਾ ਸੀਗਾ, ਜੋ ਵੀ, ਉਹਨੂੰ ਲਪੇਟ ਦਿੱਤਾ। ਐਂਡ ਵਿਦ ਟੀਅਰਫੁਲ ਆਈਜ਼, ਅਤੇ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਦੇ ਨਾਲ, ਐਂਡ ਐਨ ਏਕਿੰਗ ਹਾਰਟ, ਅਤੇ ਦੁਖਦੇ ਹੋਏ ਹਿਰਦੇ ਦੇ ਨਾਲ, ਹੀ ਬੇਡ ਫੇਅਰਵੈਲ ਟੂ ਹਿਜ਼ ਮਦਰ। ਇਹ ਬੱਚੋ ਦੇਖੋ ਹੁਣ ਬੇਡ ਹਨਾ, ਬਿਡ ਫੇਅਰਵੈਲ ਹੁੰਦਾ ਬੱਚੋ ਅਲਵਿਦਾ ਕਹਿਣੀ, ਮਤਲਬ ਵਿਦਾਇਗੀ ਲੈਣੀ। ਹੀ ਬੇਡ ਫੇਅਰਵੈਲ ਟੂ ਹਿਜ਼ ਮਦਰ, ਅਤੇ ਉਹਨੇ ਆਪਣੀ ਮਾਂ ਤੋਂ ਵਿਦਾ ਲਈ, ਅਰਥਾਤ ਆਪਣੀ ਮਾਂ ਨੂੰ ਅਲਵਿਦਾ ਕਿਹਾ। ਇਹ ਦੇਖੋ ਬੱਚੋ, ਹੈਗਾ ਪਾਈਨ ਟਰੀ, ਤੁਹਾਨੂੰ ਪਤਾ ਲੱਗ ਜਾਏ, ਹੈਗੇ ਪਾਈਨ ਨੀਡਲਸ, ਹੈ ਦੇਖੋ ਪਾਈਨ ਨੀਡਲ ਪੱਤੀਆਂ, ਤੇ ਉਹਨੇ ਤਾਂ ਕਿੰਨੀਆਂ ਸਾਰੀ ਇਕੱਠੀਆਂ ਕੀਤੀਆਂ, ਜੇ ਤੇ ਇਕੱਠੀਆਂ ਕਰ ਦੋ ਤੇ ਗੱਦਾ ਜਿਹਾ ਬਣ ਜਾਏਗਾ, ਠੀਕ ਹੈ। ਸੋ ਇਹ ਤੇ ਉਹਨੇ ਉਹਨੂੰ ਬਿਠਾਇਆ ਸੀ ਆਪਣੀ ਮਾਂ ਨੂੰ। ਫਿਰ ਕੀ ਹੋਇਆ ਅੱਗੇ ਬੱਚੋ, ਦੀ ਟ੍ਰੈਂਬਲਿੰਗ ਵੌਇਸ ਆਫ ਹਿਜ਼ ਮਦਰ, ਉਹਦੀ ਮਾਂ ਦੀ ਕੰਬਦੀ ਹੋਈ ਆਵਾਜ਼, ਵਾਜ਼ ਫੁੱਲ ਆਫ ਅਨਸੈਲਫਿਸ਼ ਲਵ ਮੈਨੇ ਪਿਆਰ, ਅਨਸੈਲਫਿਸ਼ ਹੁੰਦਾ ਬੱਚੋ ਨਿਸਵਾਰਥ, ਜਿਹਦੇ ਵਿੱਚ ਕੋਈ ਮੰਗ ਨਹੀਂ ਹੈਗੀ, ਸਿਰਫ ਨਿਰਮਲ ਪਿਆਰ ਹੈਗਾ। ਤੇ ਉਹਦੀ ਮਾਂ ਦੀ ਜਿਹੜੀ, ਹੁਣ ਮਾਂ ਨੇ ਕੁਝ ਬੋਲਿਆ, ਉਹਨੇ ਅਲਵਿਦਾ ਕਹਿਤਾ, ਤੇ ਕੰਬਦੀ ਹੋਈ ਜਿਹੜੀ ਉਹਦੀ ਮਾਂ ਦੀ ਆਵਾਜ਼ ਸੀਗੀ, ਮਾਂ ਦੀ ਕੰਬਦੀ ਆਵਾਜ਼, ਫੁੱਲ ਆਫ ਅਨਸੈਲਫਿਸ਼ ਲਵ, ਜਿਹੜੀ ਨਿਸਵਾਰਥ ਪਿਆਰ ਨਾਲ ਭਰੀ ਹੋਈ ਸੀ। ਐਜ਼ ਸ਼ੀ ਗੇਵ ਹਰ ਲਾਸਟ ਇੰਸਟਰਕਸ਼ਨਸ, ਉਹਨੇ ਉਹਨੂੰ ਆਖਰੀ ਹਿਦਾਇਤਾਂ ਦਿੱਤੀਆਂ। ਕਿਹੜੀ ਹਿਦਾਇਤਾਂ ਦਿੱਤੀਆਂ? ਲੈਟ ਨਾਟ ਥਾਈਨ ਆਈਜ਼ ਬੀ ਬਲਾਈਂਡਡ ਮਾਈ ਸਨ। ਹੁਣ ਬੱਚੇ ਦਾ ਆਖਰੀ ਅਰਥ ਇਹ ਹੈਗਾ ਕਿ ਪੁੱਤਰਾ ਤੇਰੀਆਂ ਅੱਖਾਂ ਕਿਤੇ ਅੰਨੀਆਂ ਨਾ ਹੋ ਜਾਣ। ਇਹਦਾ ਮਤਲਬ ਹੁਣ ਭਾਵ ਅਰਥ ਇਹਦਾ ਹੈ ਕਿ ਮੇਰੇ ਪੁੱਤਰ ਕਿਤੇ ਭੁਲੇਖਾ ਨਾ ਖਾਈ। ਉਹਨੂੰ ਪਤਾ ਸੀ ਵੀ ਰਾਹ ਬਹੁਤ ਸਾਰੇ ਹੈਗੇ ਨੇ, ਤੂੰ ਕਿਤੇ ਗਵਾਚ ਨਾ ਜਾਈ ਪੁੱਤਰ ਕਿਤੇ। ਮਾਂ ਕੀ ਕਹਿ ਰਹੀ ਹੈ ਆਪਣੇ ਪੁੱਤਰ ਨੂੰ, ਜੋ ਉਹਨੂੰ ਛੱਡ ਕੇ ਜਾ ਰਿਹਾ, ਭੁਲੇਖਾ ਨਾ ਖਾਈ। ਸ਼ੀ ਸੈਡ, ਉਹਨੇ ਕਿਹਾ, ਦੀ ਮਾਊਂਟੇਨ ਰੋਡ ਇਜ਼ ਫੁੱਲ ਆਫ ਡੇਂਜਰਸ, ਇਹ ਪਹਾੜੀ ਰਸਤਾ ਜਿਹੜਾ ਹੈ ਇਹ ਖਤਰਿਆਂ ਨਾਲ ਭਰਿਆ ਪਿਆ ਹੈ। ਲੁੱਕ ਕੇਅਰਫੁਲੀ, ਧਿਆਨ ਨਾਲ ਦੇਖੀ, ਐਂਡ ਫੋਲੋ ਦੀ ਪਾਥ, ਅਤੇ ਉਸ ਰਸਤੇ ਤੇ ਜਾਈ, ਵੇਅਰ ਯੂ ਸੀ ਪਾਈਲਸ ਆਫ ਟਵਿਗਸ, ਜਿੱਥੇ ਤੈਨੂੰ ਟਾਹਣੀਆਂ ਦੀਆਂ ਢੇਰੀਆਂ ਪਈਆਂ ਨਜ਼ਰ ਆਉਣਗੀਆਂ, ਤੂੰ ਉਸੇ ਰਸਤੇ ਤੇ ਜਾਈ। ਦੇ ਵਿਲ ਗਾਈਡ ਯੂ, ਉਹ ਤੈਨੂੰ ਤੇਰੇ ਰਾਹ ਤੇ ਪਾਉਣਗੀਆਂ, ਤੈਨੂੰ ਦਿਸ਼ਾ ਦੇਣਗੀਆਂ। ਟੂ ਦੀ ਫੈਮਿਲੀਅਰ ਪਾਥ ਫਰਦਰ ਡਾਊਨ, ਥੱਲੇ ਹੋਰ ਕਿਸ ਪਾਸੇ ਨੂੰ ਜਾਣਾ ਹੈ, ਤੈਨੂੰ ਉਸ ਪਾਸੇ ਉਹ ਤੈਨੂੰ ਗਾਈਡ ਕਰਨਗੀਆਂ, ਉਹ ਢੇਰੀਆਂ ਤੈਨੂੰ ਦੱਸਣਗੀਆਂ ਕਿ ਤੂੰ ਇਸ ਰਾਹੇ ਜਾਣਾ ਹੈ। ਦੀ ਸਨਸ ਸਰਪ੍ਰਾਈਜ਼ਡ ਆਈਜ਼, ਪੁੱਤਰ ਦੀਆਂ ਹੈਰਾਨ ਹੋਈਆਂ ਅੱਖਾਂ ਨੇ, ਲੁਕਡ ਬੈਕ, ਪਿੱਛੇ ਨੂੰ ਦੇਖਿਆ, ਓਵਰ ਦੀ ਪਾਥ, ਵੀ ਉਹ ਮਾਂ ਵੱਲ ਮੂੰਹ ਹੈਗਾ, ਅਲਵਿਦਾ ਕਰ ਰਿਹਾ, ਤੇ ਜਿਹੜਾ ਪਿੱਛੇ ਰਾਹ ਤੋਂ ਆਏ ਨੇ ਉਹਨੇ ਪਿੱਛੇ ਮੁੜ ਕੇ ਦੇਖਿਆ, ਜਿਹੜਾ ਰਾਹ ਥੱਲੇ ਨਜ਼ਰ ਆ ਰਿਹਾ ਸੀਗਾ। ਦੈਨ ਐਟ ਦੀ ਪੂਅਰ ਓਲਡ ਸ਼੍ਰਿਵਲਡ ਹੈਂਡਸ, ਉਹਨੇ ਦੇਖਿਆ ਪਿੱਛੇ ਰਾਹ ਤੇ ਉਹਨੂੰ ਢੇਰੀਆਂ ਨਜ਼ਰ ਆਈਆਂ, ਥੋੜੀ ਦੂਰ ਤੱਕ ਗਈਆਂ, ਤੇ ਫਿਰ ਉਹਨੇ ਕੀ ਕੀਤਾ, ਫਿਰ ਉਹਨੇ ਆਪਣੀ ਮਾਂ ਦੇ, ਵਿਚਾਰੀ ਮਾਂ ਦੇ ਜਿਹੜੇ ਪੂਅਰ ਮੈਨੇ ਗਰੀਬ ਜੇ, ਮਤਲਬ ਕਿ ਲਾਚਾਰ, ਓਲਡ ਬੁੱਢੇ, ਸ਼੍ਰਿਵਲਡ ਮੈਨੇ ਮੁਰਝਾਏ ਹੋਏ ਹੱਥਾਂ ਵੱਲ ਦੇਖਿਆ। ਆਲ ਸਕ੍ਰੈਚਡ, ਜੇ ਤੇ ਝਰੀਟਾਂ ਪਈਆਂ ਹੋਈਆਂ ਸੀ, ਐਂਡ ਸੋਇਲਡ, ਗੰਦੇ ਹੋਏ ਸੀ, ਬਾਏ ਹਰ ਵਰਕ ਆਫ ਲਵ, ਜਿਹੜਾ ਉਹਨੇ ਪਿਆਰ ਭਰਿਆ ਕੰਮ ਕੀਤਾ ਸੀ, ਟਾਹਣੀਆਂ ਤੋੜ ਕੇ ਰਾਜ ਖਿਲਾਰੀਆਂ ਸੀ, ਉਹਦੇ ਇਸ ਪਿਆਰ ਦੇ ਕੰਮ ਕਰਕੇ ਉਹਨੇ ਦੇਖਿਆ ਕਿ ਉਹਦੀ ਮਾਂ ਦੇ ਮੁਰਝਾਏ
ਬਜ਼ੁਰਗ ਜਿਹੜੇ ਹੱਥ ਨੇ ਉਹ ਤੇ ਝਰੀਟਾਂ ਪਈਆਂ ਤੇ ਗੰਦੇ ਹੋਏ ਪਏ ਨੇ। ਹਿਸ ਹਾਰਟ ਬ੍ਰੋਕ, ਉਹਦਾ ਦਿਲ ਮੁੰਡੇ ਦਾ, ਫਾਰਮਰ ਦਾ ਜਿਹੜਾ ਸੀਗਾ, ਉਹ ਪਿਘਲ ਗਿਆ। ਵਿਦਨ ਅੰਦਰ, ਐਂਡ ਬੋਇੰਗ ਟੂ ਦੀ ਗਰਾਊਂਡ, ਅਤੇ ਥੱਲੇ ਝੁਕਦੇ ਹੋਏ, ਗਰਾਊਂਡ ਮਨੇ ਜ਼ਮੀਨ ਤੇ ਮੱਥਾ ਟੇਕਦੇ ਹੋਏ, ਝੁੱਕ ਕੇ, ਹੀ ਕਰਾਈਡ ਅਲਾਊਡ, ਉੱਚੀ ਉੱਚੀ ਰੋਇਆ, ਉਹ ਆਨਰੇਬਲ ਮਦਰ, ਉਹ ਮੇਰੀ ਸਤਿਕਾਰਯੋਗ ਮਾਂ, ਯੂਅਰ ਕਾਈਂਡਨੈਸ ਬ੍ਰੇਕਸ ਮਾਈ ਹਾਰਟ, ਤੇਰੀ ਦਇਆ ਨੇ ਮੇਰਾ ਦਿਲ ਪਿਘਲਾ ਦਿੱਤਾ ਹੈ। ਆਈ ਵਿਲ ਨਾਟ ਲੀਵ ਯੂ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਟੁਗੈਦਰ ਵੀ ਵਿਲ ਫੋਲੋ ਦਾ ਪਾਥ ਆਫ ਟਵਿਗਸ, ਅਸੀਂ ਉਹ ਟਾਹਣੀਆਂ ਵਾਲਾ ਰਾਹ ਇਕੱਠੇ ਸਰ ਕਰਾਂਗੇ, ਅਸੀਂ ਇਕੱਠੇ ਉਸ ਰਾਹ ਤੇ ਜਾਵਾਂਗੇ। ਐਂਡ ਟੁਗੈਦਰ ਵੀ ਵਿਲ ਡਾਈ, ਤੇ ਅਸੀਂ ਇਕੱਠੇ ਹੀ ਮਰਾਂਗੇ। ਵੰਸ ਮੋਰ, ਤੇ ਫਿਰ ਇੱਕ ਵਾਰੀ ਹੋਰ, ਹੀ ਸ਼ੋਲਡਰਡ ਹਿਜ਼ ਮਦਰ, ਉਹਨੇ ਆਪਣੀ ਮਾਂ ਨੂੰ ਫਿਰ ਆਪਣੇ ਮੋਢਿਆਂ ਤੇ ਚੱਕਿਆ। ਐਂਡ ਹੇਸਨ ਡਾਊਨ ਦਾ ਪਾਥ, ਅਤੇ ਕਾਲੀ ਕਾਲੀ ਹੁਣ ਰਾਹ ਦੇ ਥੱਲੇ ਵਾਲੇ ਪਾਸੇ ਗਿਆ। ਟੂ ਦੇਅਰ ਲਿਟਲ ਹਟ, ਉਹ ਜਿਹੜੀ ਉਹਨਾਂ ਦੀ ਛੋਟੀ ਜਿਹੀ ਝੌਂਪੜੀ ਸੀ। ਇਨ ਦੀ ਵੈਲੀ, ਉਹ ਖਾਈ ਵਿੱਚ, ਅਰਥਾਤ ਉਹਦਾ ਤਲ ਸੀ, ਪਹਾੜ ਦਾ ਤਲ ਸੀ, ਥੱਲੇ ਡੂੰਘੀ ਥਾਂ ਸੀ, ਉੱਥੇ ਉਹਨਾਂ ਦੀ ਝੌਂਪੜੀ ਸੀ, ਉੱਥੇ ਗਿਆ। ਬੀਨੀਥ ਦੇਅਰ ਕਿਚਨ ਫਲੋਰ, ਜਿਹੜੀ ਉਹਨਾਂ ਦੀ ਰਸੋਈ ਦਾ ਫਰਸ਼ ਸੀ, ਉਹਦੇ ਥੱਲੇ ਵਾਜ਼ ਅ ਵਾਲਡ ਕਲੋਜ਼ਟ, ਕਲੋਜ਼ਟ ਹੁੰਦੀ ਹੈ ਅਲਮਾਰੀ, ਵਾਲਡ ਮੈਨੇ ਜਿਹੜੇ ਚਾਰੋਂ ਚੁਫੇਰੇ ਕੰਧ ਹੋਵੇ, ਅਰਥਾਤ ਕੰਧ ਦੇ ਵਿੱਚ ਬਣੀ ਹੋਈ ਇੱਕ ਅਲਮਾਰੀ ਸੀ। ਕਾਹਦੇ ਲਈ? ਫॉर ਫੂਡ, ਖਾਣ ਪੀਣ ਦੀ ਚੀਜ਼ਾਂ ਲਈ। ਵਿਚ ਵਾਜ਼ ਕਵਰਡ, ਜਿਹੜੀ ਢੱਕੀ ਹੋਈ ਸੀ। ਐਂਡ ਹਿਡਨ ਫਰੋਮ ਵਿਊ, ਅਤੇ ਨਜ਼ਰਾਂ ਤੋਂ ਓਹਲੇ ਸੀ, ਅਰਥਾਤ ਜੇ ਬੰਦਾ ਸਰਸਰੀ ਨਜ਼ਰ ਨਾ ਦੇਖੇ ਤੇ ਉਹਨੂੰ ਪਤਾ ਨਹੀਂ ਲੱਗਦਾ ਸੀ ਵੀ ਇੱਥੇ ਕੋਈ ਅਲਮਾਰੀ ਹੈਗੀ ਹੈ। ਦੇਅਰ ਦੀ ਸਨ ਹਿਡ ਹਿਜ਼ ਮਦਰ, ਉੱਥੇ ਪੁੱਤਰ ਨੇ ਆਪਣੀ ਮਾਂ ਨੂੰ ਲੁਕੋ ਦਿੱਤਾ। ਸਪਲਾਈਂਗ ਹਰ ਵਿਦ ਐਵਰੀਥਿੰਗ ਸ਼ੀ ਨੀਡਡ, ਤੇ ਜਿਹੜੀ ਵੀ ਚੀਜ਼ ਦੀ ਉਹਨੂੰ ਲੋੜ ਪੈਂਦੀ ਸੀ, ਉਹਨੂੰ ਉਹ ਚੀਜ਼ ਉੱਥੇ ਲਿਆ ਕੇ ਦਿੰਦਾ ਰਿਹਾ। ਕੰਟੀਨਿਊਅਲੀ, ਲਗਾਤਾਰ। ਵਾਚਿੰਗ ਐਂਡ ਫੀਅਰਿੰਗ ਸ਼ੀ ਵੁੱਡ ਬੀ ਡਿਸਕਵਰਡ, ਤੇ ਉਹ ਇਸ ਗੱਲ ਬਾਰੇ ਵੀ ਬੜੀ ਚੌਂਕੀਦਾਰੀ ਕਰਦਾ ਰਿਹਾ, ਨਿਗਾਹ ਰੱਖਦਾ ਰਿਹਾ, ਤੇ ਨਾਲ ਡਰਦਾ ਰਿਹਾ ਕਿ ਉਹਦੇ ਬਾਰੇ ਪਤਾ ਨਾ ਲੱਗ ਜਾਵੇ। ਸ਼ੀ ਵੁੱਡ ਬੀ ਡਿਸਕਵਰਡ, ਵੀ ਕੋਈ ਚੁਗਲੀ ਨਾ ਖਾ ਜਾਏ, ਕੋਈ ਸੂਹ ਨਾ ਦੇ ਦੇ। ਜਿਹੜਾ ਸੂਬੇਦਾਰ ਸੀ, ਜਿਹਨੇ ਹੁਕਮ ਚਾੜਿਆ ਸੀਗਾ ਵੀ ਪ੍ਰਾਂਤ ਦੇ, ਸੂਬੇ ਦੇ ਜਿੰਨੇ ਵੀ ਬਜ਼ੁਰਗ ਨੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿਓ, ਕਿ ਤੈਨੂੰ ਪਤਾ ਨਾ ਲੱਗ ਜਾਏ, ਡਿਸਕਵਰ ਨਾ ਕਰ ਲਿਆ ਇਹ ਗੱਲ। ਟਾਈਮ ਪਾਸਡ, ਸਮਾਂ ਲੰਘਿਆ। ਐਂਡ ਹੀ ਵਾਜ਼ ਬਿਗਨਿੰਗ ਟੂ ਫੀਲ ਸੇਫ, ਤੇ ਹੁਣ ਉਹ ਥੋੜ੍ਹਾ ਜਿਹਾ ਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ। ਵੈਨ ਅਗੇਨ, ਪਰ ਜਦੋਂ ਇੱਕ ਵਾਰੀ ਫਿਰ, ਦੀ ਗਵਰਨਰ ਸੈਂਟ ਫੋਰਥ ਮੈਸੇਂਜਰਸ, ਗਵਰਨਰ ਨੇ, ਸੂਬੇਦਾਰ ਨੇ ਆਪਣੇ ਹਰਕਾਰੇ, ਸੁਨੇਹਾ ਲੈ ਕੇ ਜਾਣ ਵਾਲੇ, ਉਹਨਾਂ ਨੂੰ ਫਿਰ ਸੂਬੇ ਵਿੱਚ ਚਾਰੋਂ ਪਾਸੇ ਭੇਜਿਆ। ਸੈਂਟ ਫੋਰਥ ਮੈਨੇ ਅਗਾਂਹ ਭੇਜਿਆ। ਬੀਅਰਿੰਗ ਐਨ ਅਨਰੀਜ਼ਨੇਬਲ ਆਰਡਰ, ਅਨਰੀਜ਼ਨੇਬਲ ਹੁੰਦਾ ਬੱਚੋ ਬੇਤੁਕਾ ਜਿਹਾ, ਫੇਕ ਬੇਵਕੂਫੀ ਭਰਿਆ, ਬੇਤੁਕਾ ਜਿਹਾ ਇੱਕ ਹੁਕਮ ਲੈ ਕੇ, ਹੁਕਮ ਜਾਰੀ ਕਰਨ ਲਈ ਉਹਨੇ ਆਪਣੇ ਹਰਕਾਰੇ ਭੇਜੇ। ਸੀਮਿੰਗਲੀ ਐਜ਼ ਅ ਬੋਸਟ ਆਫ ਹਿਜ਼ ਪਾਵਰ, ਜੋ ਕਿ ਇਵੇਂ ਜਾਪਿਆ ਕਿ ਉਹ ਸਿਰਫ ਉਹਦੀ ਤਾਕਤ ਦਾ, ਅਹੰਕਾਰ ਦਾ ਪ੍ਰਤੀਕ ਸੀ। ਉਹ ਇਹ ਦੱਸਣਾ ਚਾਹੁੰਦਾ ਸੀਗਾ ਵੀ ਮੈਂ ਸੂਬੇਦਾਰ ਹਾਂ, ਮੈਂ ਇਸ ਇਲਾਕੇ ਦਾ ਮਾਲਿਕ ਹਾਂ, ਤੇ ਜੋ ਮੈਂ ਕਵਾਂਗਾ ਉਹ ਹੋਣਾ ਚਾਹੀਦਾ। ਬੋਸਟ ਹੁੰਦਾ ਬੱਚਿਓ ਹਉਮੈ, ਅਹੰਕਾਰ। ਆਫ ਹਿਜ਼ ਪਾਵਰ, ਆਪਣੀ ਤਾਕਤ ਦਾ। ਹਿਜ਼ ਡਿਮਾਂਡ ਵਾਜ਼ ਦੈਟ, ਉਹਦੀ ਮੰਗ ਇਹ ਸੀ ਕਿ ਹਿਜ਼ ਸਬਜੈਕਟਸ, ਸਬਜੈਕਟਸ ਇੱਥੇ ਬੱਚੋ, ਸਬਜੈਕਟ ਦਾ ਮਤਲਬ ਇੱਕ ਵਿਸ਼ਾ ਵੀ ਹੁੰਦਾ, ਤੇ ਇੱਕ ਸਬਜੈਕਟ ਹੁੰਦਾ ਪ੍ਰਜਾ, ਕਿ ਹਿਜ਼ ਸਬਜੈਕਟਸ ਸ਼ੁੱਡ ਪ੍ਰੈਜ਼ੈਂਟ ਹਿਮ, ਕਿ ਉਹਦੀ ਪ੍ਰਜਾ ਉਹਨੂੰ ਪੇਸ਼ ਕਰੇ, ਕਿ ਵਿਦ ਅ ਰੋਪ ਆਫ ਐਸ਼, ਰੋਪ ਮੈਨੇ ਹੁੰਦਾ ਬੱਚੋ ਰੱਸੀ, ਐਸ਼ ਮੈਨੇ ਸੁਆਹ, ਕਿ ਉਹਨੇ ਹੁਕਮ ਚਾੜਿਆ ਕਿ ਉਹਦੀ ਪ੍ਰਜਾ ਉਹਦੇ ਲਈ ਇੱਕ ਸੁਆਹ ਦੀ ਰੱਸੀ ਬਣਾ ਕੇ ਪੇਸ਼ ਕਰੇ। ਦੀ ਇੰਟਾਇਰ ਪ੍ਰੋਵਿੰਸ, ਸਾਰਾ ਸੂਬਾ, ਆਫ ਸ਼ਿਨਿੰਗ, ਸ਼ਿਨਿੰਗ ਵਾਲਾ, ਟ੍ਰੈਂਬਲਡ ਵਿਦ ਫੀਅਰ, ਡਰ ਦੇ ਨਾਲ ਕੰਬਿਆ। ਦੀ ਆਰਡਰ ਹੈਡ ਟੂ ਬੀ ਓਬੇਡ, ਉਹ ਜਿਹੜਾ ਹੁਕਮ ਸੀ ਉਹਦੀ ਪਾਲਣਾ ਕਰਨੀ ਪੈਣੀ ਸੀ। ਬਟ ਹਾਊ ਕੁਡ ਐਨੀਵਨ ਮੇਕ ਅ ਰੋਪ ਆਫ ਐਸ਼, ਪਰ ਕੋਈ ਵੀ ਸੁਆਹ ਦੀ ਰੱਸੀ ਕਿਵੇਂ ਬਣਾ ਸਕਦਾ ਸੀ। ਵਨ ਨਾਈਟ, ਇੱਕ ਰਾਤ, ਇਨ ਗ੍ਰੇਟ ਡਿਸਟ੍ਰੈਸ, ਬੜੀ ਪਰੇਸ਼ਾਨੀ ਵਿੱਚ, ਬੜੇ ਕਸ਼ਟ ਵਿੱਚ, ਦੀ ਸਨ, ਪੁੱਤਰ ਨੇ, ਵਿਸਪਰਡ ਦੀ ਨਿਊਜ਼ ਟੂ ਹਿਜ਼ ਹਿਡਨ ਮਦਰ, ਆਪਣੀ ਲੁਕੀ ਹੋਈ ਮਾਂ ਦੇ ਕੰਨ ਵਿੱਚ ਉਹਨੇ ਕਾਨਾਫੂਸੀ ਕੀਤੀ, ਮੱਧਮ ਜੇ ਇਹ ਵਾਲੀ ਖਬਰ ਸੁਣਾਈ ਕਿ ਸੂਬੇਦਾਰ ਨੇ ਇਹ ਵਾਲਾ ਹੁਕਮ ਚਾੜਿਆ। ਹੁਣ ਮਾਂ ਕੀ ਬੋਲੀ? ਵੇਟ, ਕਹਿੰਦੇ ਖੜ ਜਾ ਇੱਕ ਮਿੰਟ, ਰੁਕ। ਸ਼ੀ ਸੈਡ, ਉਹਨੇ ਕਿਹਾ, ਲੈਟ ਮੀ ਥਿੰਕ, ਮੈਨੂੰ ਸੋਚਣ ਦੇ, ਜਰਾ ਮੈਨੂੰ ਸੋਚਣ ਦੇ। ਔਨ ਦੀ ਸੈਕਿੰਡ ਡੇ, ਤੇ ਫਿਰ ਦੂਜੇ ਦਿਨ, ਸ਼ੀ ਟੋਲਡ ਹਿਮ, ਉਹਨੇ ਉਹਨੂੰ ਕਿਹਾ, ਆਪਣੇ ਪੁੱਤਰ ਨੂੰ। ਕੀ ਕਿਹਾ? ਹੁਣ ਆਖਰੀ ਆ ਗਿਆ ਬੱਚੋ, ਵਟ ਟੂ ਡੂ, ਵੀ ਕੀ ਕਰਨਾ ਹੈ।
उन्होंने हिदायत दी कहती मेक अ रोप ऑफ ट्विस्टेड स्ट्रॉ होंदा बच्चों, स्ट्रॉ असीं पाइप भी कह दिंदे आ जिहदे नाल असीं जूस पीने आ, पानी पीने आ, कोल्ड कॉफी पीने आ। ते स्ट्रॉ दा मतलब हुंदा सुक्के तीले, कख कंडे, सुक्की घाह। कहंदे तू सुक्की घाह लैके ट्विस्ट करके मैनू उहनूं वट दे के, जिद्दां रस्सी बनाई दी सण दी रस्सी बनाई दी है, सुक्की घाह लैके वट दे के रस्सी बना। ठीक है, उन्हें क्या then stretch it upon a row of flat stones ਤੇ ਫਿਰ ਪੱਧਰੇ ਪੱਥਰ ਲੈ ਲਾ, ਜਿੱਦਾਂ ਇੱਟਾਂ ਦਾ ਅਸੀਂ ਫਰਸ਼ ਹੁੰਦਾ ਕੋਈ ਪੱਧਰਾ ਪੱਥਰ ਇਕੱਠੇ ਕਰਕੇ ਉਹਨਾਂ ਦੀ ਇੱਕ ਲੜੀ ਬਣਾ, ਉਹਨਾਂ ਦੀ ਕਤਾਰ ਬਣਾ ਤੇ ਉਹਦੇ ਉੱਤੇ ਜਿਹੜੀ ਰੱਸੀ ਹੈ ਉਹਨੂੰ ਇਦਾਂ ਆਪਣਾ ਖਿਲਾਰ ਦੇ ਸਿੱਧੀ ਕਰਕੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ। ਉਹ ਜਿਹੜੀ ਪੱਥਰਾਂ ਦੀ ਲੜੀ ਹੋਏਗੀ, ਫਲੈਟ ਜਿਹੜੇ ਹੋਣਗੇ, ਪੱਧਰੇ ਹੋਣਗੇ, ਉਹ ਤੇ ਤੂੰ ਰੱਸੀ ਨੂੰ ਵਿਛਾ ਦੇ। ਠੀਕ ਹੈ, and stretch it upon a row of flat stones and burn it on a windless night। windless माने ਜਦੋਂ ਹਵਾ ਨਾ ਚੱਲਦੀ ਹੋਵੇ, ਰਾਤ ਨੂੰ ਉਹਨੂੰ ਅੱਗ ਲਾ ਦੇ, ਜਦੋਂ ਬਿਲਕੁਲ ਹਵਾ ਨਾ ਚੱਲਦੀ ਹੋਵੇ। he called the people, ਹੁਣ ਉਹਨੇ ਆਈਡੀਆ ਉਹਦੀ ਮਾਂ ਨੇ ਉਹਨੂੰ ਦਿੱਤਾ, ਉਹਨੇ ਫਿਰ ਸਾਰੇ ਲੋਕਾਂ ਨੂੰ ਇਕੱਠੇ ਕੀਤਾ, ਫਾਰਮਰ ਨੇ, ਪੁੱਤਰ ਨੇ, ਜਿਹੜੇ ਸੂਬੇ ਦੇ ਦੂਜੇ ਲੋਕ ਸੀਗੇ, ਟੂਗੈਦਰ ਇਕੱਠੇ ਕੀਤਾ and did as she had said, ਤੇ ਉਦਾਂ ਹੀ ਕੀਤਾ ਜਿੱਦਾਂ ਉਹਦੀ ਮਾਂ ਨੇ ਉਹਨੂੰ ਕਿਹਾ ਸੀ। when the blaze ਹੁੰਦੀ ਬੱਚੋ ਲਾਟ, ਉਹਨੇ ਅੱਗ ਲਾਤੀ। die down माने बुझ गई, मर गई, मतलब कि अखरी अर्थ है मर गई, भी लाट मर गई अर्थात लाट बुझ गई। उन्हें अग बालती जो बुझ गई। there upon the stones, ते उत्थे पत्थरां दे उत्ते, with every twist, हर एक मरोड़े दे नाल, and fiber, ते हर एक तीला नजर आ रही सी साफ, showing perfectly, बिल्कुल अपनी शेप, अपना आकार, ਜਿਹੜੇ ਘਾਹ ਦੇ ਜਿਹੜੀਆਂ ਫਾਈਬਰ ਸੀਗੀਆਂ ਜਿਨ੍ਹਾਂ ਨੂੰ ਵਟਿਆ ਗਿਆ ਸੀਗਾ, ਉਹ ਵੀ ਸਵਾਹ ਵਾਂਗੂ ਇਦਾਂ ਲੰਬੀ ਨਜ਼ਰ ਆ ਰਹੀ ਸੀਗੀ, ਤੇ ਜਿਹੜੇ ਵੱਟ ਪਏ ਸੀ ਉਹ ਵੀ ਸਾਰੇ ਟਵਿਸਟ ਵੀ ਨਜ਼ਰ ਆ ਰਹੀ ਸੀ। ਬਾਏ ਅ ਰੋਪ ਆਫ ਐਸ਼, ਮਤਲਬ ਸਵਾਹ ਦੀ ਇੱਕ ਜਿੱਦਾਂ ਰੱਸੀ ਜਿਹੜੀ ਬਣੀ ਹੋਈ ਹੈ ਉਹ ਇਦਾਂ ਲੰਮੀ ਪਈ ਰਹਿ ਗਈ। ਹੁਣ ਬੱਚੋ ਚਲੋ ਦੇਖੋ ਮਾਂ ਕਿੰਨੀ ਸਿਆਣੀ ਸੀਗੀ, ਕਿਉਂਕਿ ਉਹਨੇ ਕਿਹਾ ਰਾਤੀ ਜਦੋਂ ਹਵਾ ਨਾ ਚੱਲਦੀ ਹੋਵੇ ਤੇ ਜਿਲੇ ਅੱਗ ਵਾਲੀ ਤੇ ਬਲ ਕੇ ਜੇ ਰਾਤੀ ਠੰਡ ਪੈ ਜਾਂਦੀ ਹੈ, ਤੇ ਜਿਹੜੀ ਚੀਜ਼ ਗਰਮ ਸੀ ਤੇ ਇੱਕਦਮ ਬਾਹਰ ਮੌਸਮ ਠੰਡਾ ਸੀਗਾ, ਉਹ ਠੰਡ ਹੋਣ ਕਰਕੇ ਦੇਖੋ ਸਾਇੰਸ ਦਾ ਇੱਕ ਉਹਨੇ ਨੁਕਤਾ ਉਹ ਬਜ਼ੁਰਗ ਮਾਂ ਨੇ ਆਪਣੇ ਪੁੱਤ ਨੂੰ ਦੱਸਿਆ, ਵਿਗਿਆਨ ਦੀ ਗੱਲ ਹੈ ਕਿ ਗਰਮ ਚੀਜ਼ ਇੱਕਦਮ ਠੰਡੀ ਹੋਈ ਤੇ ਉਹਨੇ ਸੁੰਗੜ ਕੇ ਇੱਕਦਮ ਕੰਟਰੈਕਟ ਹੋ ਕੇ ਉਹਨੇ ਆਪਣੀ ਸ਼ੇਪ ਲੈ ਲਈ, ਤੇ ਇਦਾਂ ਲੱਗਿਆ ਕਿ ਜਿਹੜੀ ਉਹ ਪੱਥਰਾਂ ਤੇ ਜਿਹੜੀ ਰੱਸੀ ਪਈ ਹੈ ਉਹ ਸਵਾਹ ਦੀ ਬਣੀ ਹੋਈ ਰੱਸੀ ਹੈਗੀ ਹੈ, ਜਿਹਦੇ ਵਿੱਚ ਰੇਸ਼ਾ ਵੀ ਸਾਫ਼ ਨਜ਼ਰ ਆ ਰਿਹਾ ਸੀਗਾ ਤੇ ਰੱਸੀ ਦੇ ਵੱਟ ਵੀ ਨਜ਼ਰ ਆ ਰਹੇ ਸੀਗੇ। ਦੀ ਗਵਰਨਰ ਵਾਜ਼ ਪਲੀਜ਼ਡ ਮੈਨੇ ਖੁਸ਼ ਹੋਇਆ, ਜਿਹੜਾ ਸੂਬੇਦਾਰ ਸੀ ਉਹ ਬੜਾ ਖੁਸ਼ ਹੋਇਆ। ਐਟ ਦੀ ਵਿਟ ਆਫ ਦਾ ਯੂਥ, ਵਿਟ ਮੈਨੇ ਉਹਦੀ ਸਿਆਣਪ, ਯੂਥ ਮੈਨੇ ਉਹ ਜਿਹੜਾ ਸਾਰੇ ਲੋਕ, ਉਹਨੇ ਪੁੱਛਿਆ, ਲੋਕਾਂ ਨੂੰ ਪੁੱਛਿਆ ਉਹਨੇ ਵੀ ਕਿਹਨੇ ਬਣਾਈ, ਉਹਨੇ ਕਿਹਾ ਵੀ ਇਹ ਮੁੰਡੇ ਨੇ ਸਾਨੂੰ, ਇਹ ਫਾਰਮਰ ਨੇ ਸਾਨੂੰ ਦੱਸਿਆ ਇੱਦਾਂ ਬਣਾਉਣੀ ਹੈ, ਜਵਾਨ ਨੇ, ਤੇ ਉਹਦੀ ਸਿਆਣਪ ਤੇ ਗਵਰਨਰ ਸੂਬੇਦਾਰ ਬੜਾ ਖੁਸ਼ ਹੋਇਆ। ਐਂਡ ਪ੍ਰੇਜ਼ਡ ਗ੍ਰੇਟਲੀ, ਤੇ ਉਹਦੀ ਬੜੀ ਖੁੱਲੇ ਦਿਲ ਦੇ ਨਾਲ, ਬੜੇ ਮਤਲਬ ਕਿ ਦਿਲਦਾਰੀ ਦੇ ਨਾਲ ਉਹਦੀ ਸਿਫਤਾਂ ਕੀਤੀਆਂ। ਬਟ ਹੀ ਡਿਮਾਂਡਡ ਟੂ ਨੋ, ਪਰ ਉਹਨੇ ਇਹ ਜਾਣਨ ਦੀ ਮੰਗ ਵੀ ਕੀਤੀ, ਵੇਅਰ ਹੀ ਹੈਡ ਓਬਟੇਨਡ ਹਿਜ਼ ਵਿਜ਼ਡਮ ਫਰੋਮ, ਵੀ ਉਹਨੇ ਇਹ ਸਿਆਣਪ ਕਿੱਥੋਂ ਪ੍ਰਾਪਤ ਕੀਤੀ ਸੀ। ਫਿਰ ਕਹਿੰਦੇ ਅਲਾਸ ਅਲਾਸ, ਅਫਸੋਸ ਅਫਸੋਸ, ਕਰਾਈਡ ਦੀ ਫਾਰਮਰ, ਉਹ ਕਿਸਾਨ ਜਿਹੜਾ ਯੂਥ ਸੀਗਾ, ਜਵਾਨ ਸੀ ਕਿਸਾਨ, ਉਹ ਚੀਕਿਆ, ਉੱਚੀ ਉੱਚੀ ਬੋਲਿਆ ਅਫਸੋਸ ਅਫਸੋਸ। ਦੀ ਟਰੁਥ ਮਸਟ ਬੀ ਟੋਲਡ, ਕਹਿੰਦੇ ਸੱਚ ਤੇ ਹੁਣ ਕਾਕਾ ਦੱਸਣਾ ਹੀ ਪੈਣਾ ਹੈ। ਐਂਡ ਵਿਦ ਡੀਪ ਬੋਜ਼, ਤੇ ਬੜਾ ਨਿਮ ਕੇ, ਬੜਾ ਨਿਉ ਕੇ, ਬੜਾ ਝੁਕ ਕੇ, ਬੜਾ ਸਿਰ ਝੁਕਾ ਕੇ, ਕਿਉਂ? ਕਿਉਂਕਿ ਉਹਨੇ ਆਪਣੀ ਮਾਂ ਨੂੰ ਜਿੰਦਾ ਰੱਖ ਕੇ ਉਸ ਸੂਬੇਦਾਰ ਦੇ ਹੁਕਮ ਦੀ ਉਲੰਘਣਾ ਕੀਤੀ ਸੀ ਨਾ, ਇਸ ਕਰਕੇ ਉਹਨੇ ਨਿਉ ਕੇ ਡੀਪ ਬੋਜ਼, ਬੋ ਹੁੰਦਾ ਬੱਚੋ ਝੁਕਣਾ, ਡੀਪ ਬੋਜ਼ ਮੈਨੇ ਬੜਾ ਥੱਲੇ ਝੁਕ ਕੇ, ਕਿ ਜਿੱਦਾਂ ਖਿਮਾ ਮੰਗਦਾ ਹੋਵੇ। ਹੀ ਨਰੇਟਡ ਹਿਜ਼ ਸਟੋਰੀ, ਉਹਨੇ ਆਪਣੀ ਕਹਾਣੀ ਦਾ ਸਾਰਾ ਬਿਆਨ ਕੀਤਾ ਵੀ ਕਿੱਦਾਂ ਵੀ ਤੁਸੀਂ ਹੁਕਮ ਦਿੱਤਾ ਸੀਗਾ, ਮੈਂ ਆਪਣੀ ਮਾਂ ਨੂੰ ਇੱਦਾਂ ਲੈ ਗਿਆ, ਤੇ ਮਾਂ ਨੇ ਫਿਰ ਇੱਦਾਂ ਟਾਹਣੀਆਂ ਮਤਲਬ ਕਿ ਸੁੱਟਦੀ ਗਈ ਰਾਹ ਵਿੱਚ, ਤੇ ਮੈਨੂੰ ਕਿਹਾ ਵੀ ਤੂੰ ਗਵਾਚ ਨਾ ਜਾਈਂ, ਤੇ ਫਿਰ ਮੇਰਾ ਦਿਲ ਪਿਘਲ ਗਿਆ ਤੇ ਮੇਰਾ ਮਨ ਨਹੀਂ ਕੀਤਾ ਮੈਂ ਆਪਣੀ ਮਾਂ ਨੂੰ ਛੱਡ ਕੇ ਆਵਾਂ, ਮੈਂ ਲੈ ਆਇਆ। ਉਹਨੇ ਸਾਰੀ ਸਟੋਰੀ ਬਿਆਨ ਕੀਤੀ ਤੇ ਉਹਦੇ ਦੀ ਗਵਰਨਰ ਲਿਸਨਡ, ਹੁਣ ਸੂਬੇਦਾਰ ਨੇ ਇਹ ਗੱਲ ਸਾਰੀ ਕਹਾਣੀ ਉਹਦੀ ਸੁਣੀ। ਐਂਡ ਦੈਨ ਮੈਡੀਟੇਟਿਡ ਇਨ ਸਾਇਲੈਂਸ, ਤੇ ਕਾਫੀ ਦੇਰ ਜਿਹੜਾ ਉਹ ਸੀਗਾ, ਇਹ ਸੂਬੇਦਾਰ ਸੀਗਾ, ਮੈਡੀਟੇਟਿਡ ਹੁੰਦਾ ਜਿੱਦਾਂ ਉਹ ਮਤਲਬ ਕਿ ਸੋਚੀ ਪੈ ਗਿਆ, ਵੀ ਕੋਈ ਵਿਚਾਰ ਕਰਨ ਲੱਗ ਗਿਆ, ਜਿੱਦਾਂ ਅਸੀਂ ਮੈਡੀਟੇਟ, ਅਸੀਂ ਸਿਮਰਨ ਬੰਦਗੀ ਨੂੰ ਵੀ ਕਹਿ ਦਿੰਦੇ ਹਾਂ ਵੀ ਬੰਦਾ ਸਮਾਧੀ ਲਾ ਕੇ ਬੈਠਾ ਹੈ, ਤੇ ਉਹਨੇ ਚੁੱਪ ਹੋ ਕੇ ਬਿਨਾਂ ਕੁਝ ਕਹੇ ਕਾਫੀ ਦੇਰ ਤਾਂ ਸੋਚਦਾ ਰਿਹਾ। ਫਾਈਨਲੀ ਅਖੀਰ ਹੀ ਲਿਫਟਡ ਹਿਜ਼ ਹੈਡ, ਵੀ ਉਹਨੇ ਸਿਰ ਝੁਕਾ ਕੇ ਸੋਚਿਆ ਹੋਣਾ, ਇੱਦਾਂ ਅੱਖਾਂ ਮੀਟ ਕੇ ਸੋਚੀ ਗਿਆ, ਤੇ ਫਿਰ ਉਹਨੇ ਸਿਰ ਚੁੱਕਿਆ ਸੂਬੇਦਾਰ ਨੇ, ਤੇ ਫਿਰ ਕਹਿੰਦਾ ਸ਼ਿਨਿੰਗ, ਅਰਥਾਤ ਸੂਬੇ ਦਾ ਨਾਂ ਜਿਹੜਾ
ਨੀਡਸ ਮੋਰ ਦੈਨ ਦੀ ਸਟਰੈਂਥ ਆਫ ਯੂਥ। ਕਹਿੰਦੇ ਜਿਹੜਾ ਸਾਡਾ ਸੂਬਾ ਸ਼ਿੰਨਿੰਗ ਹੈਗਾ ਇਹਨੂੰ ਨੌਜਵਾਨਾਂ ਦੀ ਤਾਕਤ ਤੋਂ ਵੀ ਵੱਧ ਕਿਸੇ ਹੋਰ ਚੀਜ਼ ਦੀ ਲੋੜ ਹੈ। ਹੀ ਸੈਡ, ਉਹਨੇ ਕਿਹਾ ਵੀ ਕੱਲੀ ਤਾਕਤ ਹੀ ਨਹੀਂ ਚਾਹੀਦੀ, ਸਿਆਣਪ ਤੇ ਤਜਰਬਾ ਵੀ ਚਾਹੀਦਾ। ਗ੍ਰੇਵਲੀ, ਗ੍ਰੇਵਲੀ ਮੈਨੇ ਗੰਭੀਰਤਾ ਦੇ ਨਾਲ, ਬੜੀ ਸੰਜੀਦਗੀ ਨਾਲ ਉਹਨੇ ਗੱਲ ਕਹੀ। ਕਹਿੰਦਾ ਹਾਊ ਕੁਡ ਆਈ ਹੈਵ ਫॉरगॉटन ਦੀ ਵੈਲ ਨੋਨ ਸੇਇੰਗ। ਇਹਦੇ ਸੇਇੰਗ ਦਾ ਮਤਲਬ ਹੈ ਅਖਾਣ। ਜਿਹਨੂੰ ਅਖਾਣ ਨਹੀਂ ਹੁੰਦਾ, ਅਸੀਂ ਅਖਾਣ ਵਰਤਦੇ ਹਾਂ, ਕਾਲੀ ਅੱਗੇ ਟੋਏ ਕੰਮ ਕਦੇ ਨਾ ਹੋਏ, ਮੁਰਦਾ ਬੁੱਲੂ ਦੇ ਕੱਫਣ ਹੀ ਪਾੜੂ, ਹੈ ਨਾ। ਜਿੱਦਾਂ ਅਸੀਂ ਕਹਿ ਦਿੰਦੇ ਹਾਂ ਆਲੇ ਕੌਡੀ ਛਿੱਕੇ ਕੌਡੀ, ਇੱਦਾਂ ਦੀ ਅਸੀਂ ਕਈ ਗੱਲਾਂ ਅਖਾਣ ਜਿਹਨਾਂ 'ਚ ਸਿਆਣਪ ਮਿਲਦੀ ਹੈਗੀ ਹੈ, ਅਤੇ ਉਹਨੂੰ ਅਸੀਂ ਕਹਿੰਦੇ ਸਿਆਣਪ। ਵੈਲ ਨੋਨ ਜਿਹੜੀ ਮੰਨੀ ਪ੍ਰਮੰਨੀ, ਸਾਰੇ ਜਾਣਦੇ ਨੇ। ਉਹ ਸੂਬੇਦਾਰ ਕਹਿੰਦਾ ਕਿ ਮੈਂ ਇਹ ਮੰਨੀ ਪ੍ਰਮੰਨਿਆ ਅਖਾਣ ਜਿਹੜਾ ਹੈ ਇਹ ਮੈਂ ਕਿਵੇਂ ਭੁੱਲ ਸਕਦਾ ਸੀਗਾ, ਕਿ ਮੇਰੇ ਕੋਲ ਕਿਵੇਂ ਭੁੱਲਿਆ ਗਿਆ, ਕਿੱਦਾਂ ਮੇਰੇ ਧਿਆਨ 'ਚੋਂ ਨਿਕਲ ਗਿਆ। ਉਹ ਕਿਹੜਾ ਸੀਗਾ? ਕਹਿੰਦਾ ਵਿਦ ਦੀ ਕਰਾਊਨ ਆਫ ਸਨੋ ਦੇਅਰ ਕਮਥ ਵਿਜ਼ਡਮ। ਇਹਦਾ ਮਤਲਬ ਕੀ ਬੱਚਾ ਦੇਖੋ, ਕਰਾਊਨ ਹੁੰਦਾ ਤਾਜ ਜਿਹੜਾ ਸਿਰ ਤੇ ਲਾਇਆ ਜਾਂਦਾ ਹੈ, ਤੇ ਸਨੋ ਕੀ ਹੁੰਦੀ ਹੈ? ਬਰਫ਼। ਬਰਫ਼ ਕਿਹੜੇ ਰੰਗ ਦੀ ਹੁੰਦੀ? ਚਿੱਟੀ। ਹੁਣ ਇਹਦਾ ਆਖਰੀ ਅਰਥ ਇਹ ਹੈਗਾ ਕਿ ਬਰਫ਼ ਦੇ ਤਾਜ ਦੇ ਨਾਲ ਦੇਅਰ ਕਮਥ ਵਿਜ਼ਡਮ, ਸਿਆਣਪ ਆਉਂਦੀ ਹੈ। ਹੁਣ ਇਹਦਾ ਮਤਲਬ ਕੀ ਹੈ ਬੱਚੇ? ਕਮ ਸਨੋ ਦਾ ਮਤਲਬ ਕੀ ਹੈ? ਸਨੋ ਦਾ ਧੌਲੇ। ਸੋ ਵਿਦ ਦੀ ਕਰਾਊਨ ਆਫ ਸਨੋ, ਇਹਦਾ ਮਤਲਬ ਹੈ ਧੌਲਿਆਂ ਦੇ ਤਾਜ ਦੇ ਨਾਲ। ਇਹਦਾ ਆਖਰੀ ਅਰਥ ਇਹ ਹੋਇਆ ਧੌਲਿਆਂ ਦੇ ਤਾਜ ਦੇ ਨਾਲ ਜਾਂ ਸਨੋ ਦੇ ਤਾਜ ਦੇ ਨਾਲ। ਪਰ ਇਹਦਾ ਭਾਵ ਅਰਥ ਕੀ ਹੈ? ਬਜ਼ੁਰਗੀ ਦੇ ਨਾਲ, ਜਦੋਂ ਧੌਲੇ ਚਿੱਟੇ ਹੋ ਜਾਂਦੇ ਨੇ। ਆਮ ਬੰਦੇ ਕਹਿੰਦੇ ਨਹੀਂ ਵੀ ਇਹ ਬਾਲ ਕਾਕਾ ਮੈਂ ਧੁੱਪ 'ਚ ਚਿੱਟੇ ਨਹੀਂ ਕੀਤੇ, ਵੀ ਮੈਂ ਉਮਰ ਹੰਢਾਈ ਹੈ, ਆਪਣੇ ਪਿੰਡੇ ਤੇ ਚੀਜ਼ਾਂ ਹੰਢਾਈਆਂ ਤਾਂ ਮੈਨੂੰ ਪਤਾ ਲੱਗਿਆ। ਸੋ ਇਹਦਾ ਮਤਲਬ ਅਖਾਣ ਉਹ ਜਾਪਾਨ ਦਾ ਇੱਦਾਂ ਹੋਣਾ ਹੈ ਕਿ ਵਿਦ ਦੀ ਕਰਾਊਨ ਆਫ ਸਨੋ ਕਮਥ ਦੇਅਰ ਕਮਥ, ਕਮਥ ਦਾ ਮਤਲਬ ਕਮਸ, ਵਿਜ਼ਡਮ, ਸਿਆਣਪ ਆਉਂਦੀ ਹੈ, ਅਰਥਾਤ ਧੌਲਿਆਂ ਦੇ ਨਾਲ ਸਿਆਣਪ ਆਉਂਦੀ ਹੈ। ਦੈਟ ਵੈਰੀ ਆਵਰ, ਉਸੀ ਘੰਟੇ, ਉਸੀ ਵੇਲੇ ਉੱਥੇ ਖੜੇ ਖੜੇ ਉਹਨੇ ਕੀ ਕੀਤਾ? ਦੀ ਕਰੂਅਲ ਲਾਅ, ਇਹ ਜਿਹੜਾ ਨਿਰਦਈ ਕਾਨੂੰਨ ਸੀਗਾ ਕਿ ਬਜ਼ੁਰਗਾਂ ਨੂੰ ਖਤਮ ਕਰ ਦਿਓ, ਵਾਜ਼ ਐਬੋਲਿਸ਼ਡ। ਐਬੋਲਿਸ਼ ਮੈਨੇ ਇਹਦਾ ਅੰਤ ਲਿਆ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ, ਕੈਂਸਲ ਕਰ ਦਿੱਤਾ ਗਿਆ। ਐਜ਼ ਹੀ ਰੀਅਲਾਈਜ਼ਡ, ਜਿਵੇਂ ਸੂਬੇਦਾਰ ਨੇ ਮਹਿਸੂਸ ਕੀਤਾ ਦੈਟ ਓਲਡ ਏਜ ਮੈਂਟ, ਵੀ ਜਿਹੜੀ ਢਲਦੀ ਉਮਰ ਹੈਗੀ ਏ, ਜਿਹੜੀ ਬਜ਼ੁਰਗੀ ਦੀ ਉਮਰ ਏ, ਉਹਦਾ ਮੈਨੇ ਮਤਲਬ ਹੈ ਐਕਸਪੀਰੀਅੰਸ ਆਫ ਲਾਈਫ ਐਂਡ ਨਾਟ ਫਰੀਲਟੀ। ਫਰੀਲਟੀ ਮੈਨੇ ਕਮਜ਼ੋਰੀ। ਕਹਿੰਦੇ ਵੀ ਜੇ ਕੋਈ ਬੰਦਾ ਕਮਜ਼ੋਰ ਹੋ ਗਿਆ ਹੈ ਤੇ ਹੋ ਸਕਦਾ ਉਹ ਬੋਰੀ ਨਾ ਚੱਕ ਸਕੇ, ਉਹ ਬਾਲਟੀ ਨਾ ਚੱਕ ਸਕੇ, ਉਹ ਕੋਈ ਭਾਰਾ ਕੰਮ ਨਾ ਕਰ ਸਕੇ, ਪਰ ਉਹਦੇ ਕੋਲ ਤਜਰਬਾ ਹੁੰਦਾ ਹੈ ਜਿਹਦੇ ਰਾਹੀਂ ਉਹ ਆਪਣੇ ਬੱਚਿਆਂ ਨੂੰ ਜਾਂ ਯੂਥ ਨੂੰ, ਨੌਜਵਾਨਾਂ ਨੂੰ ਸੇਧ ਦਿੰਦੇ ਨੇ। ਹੁਣ ਦੇਖੋ ਬੱਚੇ, ਇਹਦੀ ਜੀਂਦੀ ਜਾਗਦੀ ਮਿਸਾਲ ਸਾਡੇ ਕੋਲ ਕੀ ਹੈਗੀ? ਤੇ ਫਰੀਲਟੀ ਦਾ ਮਤਲਬ ਹੈ ਕਮਜ਼ੋਰੀ। ਉਹ ਕਹਿੰਦਾ ਵੀ ਉਹਨੇ ਰਿਅਲਾਈਜ਼ ਕੀਤਾ ਸੂਬੇਦਾਰ ਨੇ ਵੀ ਬਜ਼ੁਰਗੀ ਦਾ ਮਤਲਬ ਜ਼ਿੰਦਗੀ ਦਾ ਤਜਰਬਾ ਹੈ, ਕਮਜ਼ੋਰੀ ਨਹੀਂ, ਸਰੀਰ ਦੀ ਕਮਜ਼ੋਰੀ ਨਹੀਂ ਹੈਗਾ। ਸੋ ਫਰੀਲਟੀ ਦਾ ਮਤਲਬ ਕਮਜ਼ੋਰੀ। ਹੁਣ ਦੇਖੋ ਬੱਚਿਓ, ਜਿਹੜੇ ਕਿਸਾਨ ਮੋਰਚੇ ਚੱਲਦੇ ਪਏ ਨੇ, ਇਹਦੇ ਵਿੱਚ ਲਾਮਬੰਦੀ ਕੌਣ ਕਰ ਰਿਹਾ? ਦੌੜ ਭੱਜ ਕੌਣ ਕਰ ਰਿਹਾ? ਲੰਗਰ ਦੀ ਸੇਵਾ ਕੌਣ ਕਰ ਰਿਹਾ? ਸਾਫ਼ ਸਫਾਈਆਂ ਕੌਣ ਕਰ ਰਿਹਾ? ਉਹ ਸਾਰਾ ਯੂਥ ਕਰ ਰਿਹਾ। ਤੇ ਦਿਸ਼ਾ ਨਿਰਦੇਸ਼ ਕੌਣ ਦੇ ਰਿਹਾ? ਨੀਤੀਆਂ ਕੌਣ ਬਣਾ ਰਿਹਾ? ਉਹ ਸਾਰੇ ਬਜ਼ੁਰਗ ਜਿਹੜੇ ਆਪਣੇ ਨੇਤਾ ਹੈਗੇ ਨੇ, ਜਿਹੜੇ 70 ਸਾਲ ਵਾਲੇ ਹੈਗੇ ਨੇ, ਕੋਈ 60 ਸਾਲ ਹੈਗੇ ਨੇ, ਕੋਈ 75 ਸਾਲ ਵਾਲੇ ਹੈਗੇ ਨੇ, ਜਿਹੜੇ ਬਜ਼ੁਰਗ ਨੇਤਾ ਨੇ, ਜਿਨ੍ਹਾਂ ਨੂੰ 40 50 ਸਾਲ ਦਾ ਸੰਘਰਸ਼ ਕਰਨ ਦਾ ਮਤਲਬ ਕਿ ਤਜਰਬਾ ਹੈਗਾ। ਤੇ ਜਿਹੜੇ ਸਿਆਸਤਦਾਨਾਂ ਦੀਆਂ ਚਲਾਕੀਆਂ ਨੂੰ ਅੰਦਰੋਂ ਦੀ ਜਾਣਦੇ ਨੇ ਵੀ ਇਹ ਸਿਆਸਤਦਾਨ ਕੀ ਬੋਲਦਾ ਹੈ ਤੇ ਕਿੱਥੋਂ ਬੋਲਦਾ ਹੈ, ਉਹਨਾਂ ਨੂੰ ਪਤਾ ਹੈਗਾ। ਸੋ ਉਹ ਸਾਰੀਆਂ ਮੀਟਿੰਗ ਕਰਕੇ ਫੈਸਲੇ ਬਣਾਉਂਦੇ ਨੇ, ਨੀਤੀਆਂ ਬਣਾਉਂਦੇ ਨੇ, ਉਹ ਆਪਣਾ ਫਿਰ ਪ੍ਰੋਗਰਾਮ ਦਿੰਦੇ ਨੇ ਤੇ ਯੂਥ ਨੂੰ ਅੱਗੇ ਕੀ ਕਰਦਾ? ਲਾਗੂ ਕਰਦਾ। ਸੋ ਇਸੇ ਤਰ੍ਹਾਂ ਬੱਚਿਓ ਘਰਾਂ 'ਚ ਵੀ ਹੁੰਦਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ, ਮਤਲਬ ਕਿ ਮੈਨੂੰ ਯਾਦ ਹੈ ਬੱਚਿਓ, ਜਦ ਮੈਂ ਨਵਾਂ ਪੈਸੇ ਕਮਾਉਣ ਲੱਗਾ ਨਾ ਮਰਚੈਂਟ ਨੇਵੀ 'ਚ, ਤੇ ਮੈਂ ਇੱਕ ਸਕੀਮ ਵਿੱਚ ਪੈਸੇ ਲਾਏ ਤੇ ਮੇਰੇ ਪਿਤਾ ਜੀ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਮੈਂ ਹਾਲੇ ਨਵਾਂ ਮੇਰੇ ਕੋਲ ਪੈਸੇ ਆਉਣ ਲੱਗੇ ਸੀ। ਮੈਂ ਕਿਹਾ ਮੈਨੂੰ ਸਭ ਪਤਾ ਹੈ, ਮੈਂ ਜ਼ਿਆਦਾ ਪੜ੍ਹਿਆ ਲਿਖਿਆ, ਡੈਡੀ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੈਗਾ, ਤੇ ਮੈਂ ਡੈਡੀ ਦੀ ਗੱਲ ਤੇ ਗੌਰ ਨਹੀਂ ਕੀਤਾ। ਤੇ ਮੇਰੇ ਡੈਡੀ ਮੈਨੂੰ ਪਤਾ ਹੀ ਕਹਿੰਦੇ, ਤੂੰ ਦਿਖਾ ਕੇ ਲੈ ਲੈ, ਤੇਰੇ ਪੈਸੇ ਡੁੱਬ ਜਾਣੇ ਨੇ। ਔਰ ਪਿਆਰੇ ਵਿਦਿਆਰਥੀ, ਮੈਂ ਤੁਹਾਨੂੰ ਦੱਸਾਂ ਸੱਚੀ ਗੱਲ, ਉਹ ਸੱਚੀ ਮੁੱਚੀ ਮੇਰੇ ਪੈਸੇ ਡੁੱਬ ਗਏ, ਉਹ ਸਕੀਮ ਡੁੱਬ ਗਈ, ਕਿਉਂਕਿ ਡੈਡੀ ਜੀ ਨੂੰ ਇਹਨਾਂ ਚੀਜ਼ਾਂ ਦਾ, ਮੇਰੇ ਪਿਤਾ ਜੀ ਨੂੰ ਕਾਫੀ ਤਜਰਬਾ ਸੀਗਾ ਇਹਨਾਂ ਚੀਜ਼ਾਂ ਦਾ ਵੀ ਇੱਦਾਂ ਹੁੰਦਾ। ਪਰ ਮੈਨੂੰ ਸੀਗਾ ਕਿ ਪੈਸੇ ਮੈਂ ਕਮਾਏ ਨੇ, ਮੈਨੂੰ ਜ਼ਿਆਦਾ ਪਤਾ ਹੈਗਾ। ਸੋ ਇਹ ਗੱਲ ਮੈਂ ਇੱਦਾਂ ਮਤਲਬ ਕਿ ਕੌੜੇ ਤਜਰਬੇ ਰਾਹੀਂ ਸਿੱਖੀ। ਸੋ ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਬਜ਼ੁਰਗਾਂ ਦੀ ਸਾਰੀਆਂ ਗੱਲਾਂ ਨਾ ਠੀਕ ਲੱਗਣ, ਪਰ ਮੈਂ ਜ਼ਰੂਰ ਕਹਾਂਗਾ ਜਦੋਂ ਕੋਈ ਇੱਦਾਂ ਕੋਈ ਟੀਚਰ ਜਾਂ ਤੁਹਾਨੂੰ ਕੋਈ ਵੱਡਾ ਬੰਦਾ ਗੱਲ ਦੱਸੇ ਤੇ ਉਹਨੂੰ ਵਿਚਾਰੋ ਜ਼ਰੂਰ, ਬੇਸ਼ੱਕ ਮੰਨੋ ਨਾ, ਪਰ ਉਹਨੂੰ ਸਿਰੇ ਤੋਂ ਨਾ ਨਕਾਰੋ, ਪਰ ਉਹਦੀ ਪੜਚੋਲ ਜ਼ਰੂਰ ਕਰੋ, ਉਹਦੀ ਜਿਹੜੀਆਂ ਗੁਣ ਦੋਸ਼ ਨੇ ਉਹਦੇ ਜ਼ਰੂਰ ਵਿਚਾਰੋ, ਕਿਸੇ ਹੋਰ ਦੇ ਨਾਲ ਸ਼ੇਅਰ ਕਰੋ, ਜਾਂ ਉਹਨਾਂ ਬਜ਼ੁਰਗ ਕੋਲ ਪੁੱਛ ਲਓ ਵੀ ਤੁਸੀਂ ਦੱਸੋ ਇਹਦੇ ਬਾਰੇ, ਮੈਨੂੰ ਕੋਈ ਹੋਰ ਜਾਣਕਾਰੀ ਦੱਸੋ ਕਿ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ।
ਤੇ ਇਹ ਤਰੀਕਾ ਵਧੀਆ ਹੁੰਦਾ ਹੈ। ਸੋ ਬੱਚਿਓ, ਇਹ ਕਹਾਣੀ ਬੜੀ ਮਜ਼ੇਦਾਰ ਸੀ, ਬੜੀ ਪ੍ਰੇਰਨਾਦਾਇਕ ਸੀ ਤੇ ਇਨਸਾਨੀ ਜਜ਼ਬੇ ਵਾਲੀ ਵੀ ਸੀਗੀ। ਤੇ ਇਹ 'ਚ ਦੇਖੋ ਰਾਜਿਆਂ ਦੀ ਜਿਹੜੀ ਅਹੰਕਾਰ ਹੈ ਉਹਦੀ ਗੱਲ ਵੀ ਵਿੱਚ ਆ ਗਈ, ਤੇ ਮਾਂ ਪੁੱਤ ਦੇ ਪਿਆਰ ਦੀ ਗੱਲ ਵੀ ਆ ਗਈ ਹੈ ਨਾ। ਮਾਂ ਦਾ ਪੁੱਤ ਨਾਲ ਕਿੰਨਾ ਪਿਆਰ ਹੈਗਾ, ਤੇ ਪੁੱਤਰ ਵੀ ਜਿਹੜਾ ਸੀਗਾ ਉਹ ਆਪਣੀ ਮਾਂ ਦੀ ਦਇਆ ਤੇ ਮਤਲਬ ਰੀਝ ਗਿਆ, ਉਹਨੂੰ ਵੀ ਉਹਦਾ ਦਿਲ ਵੀ ਰੋ ਪਿਆ ਤੇ ਉਹਨੂੰ ਕਿਹਾ ਵੀ ਇਹ ਪਾਪ ਮੈਂ ਨਹੀਂ ਕਰਨਾ, ਠੀਕ ਹੈ ਨਾ। ਸੋ ਇਹ ਬੱਚਿਓ, ਇਹ ਸੀਗੇ ਮੈਤਸੂਓ ਬਾਸ਼ੋ। ਇਹ 17ਵੀਂ ਸਦੀ ਦੇ ਜੈਪਨੀਜ਼ ਕਵੀ ਸੀ, ਜਿਨ੍ਹਾਂ ਦੀ ਲਿਖਤਾਂ ਵਿੱਚੋਂ ਅਡੋਪਟਡ ਬਣੇ। ਇਹ ਕਹਾਣੀ ਉਹਨਾਂ ਦੀ ਲਿਖਤਾਂ ਦੇ ਆਧਾਰ ਤੇ ਇਹ ਤਿਆਰ ਕੀਤੀ ਗਈ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਦੀ ਏਜਡ ਮਦਰ ਦੀ ਜੋ ਤੁਹਾਡਾ ਲੈਸਨ ਨੰਬਰ 3 ਦੀ ਕਹਾਣੀ, ਜਿਹਦੇ ਵਿੱਚ ਅਸੀਂ ਰੀਡਿੰਗ ਵੀ ਕੀਤੀ ਹੈ, ਸ਼ਬਦਾਂ ਦੇ ਅਰਥ ਵੀ ਜਾਣੇ ਨੇ, ਟਰਾਂਸਲੇਸ਼ਨ ਵੀ ਕੀਤੀ ਹੈ ਤੇ ਐਕਸਪਲੇਨੇਸ਼ਨ ਵੀ ਕੀਤੀ ਹੈ। ਤੇ ਤੁਸੀਂ, ਮੈਂ ਆਸ ਕਰਦਾ ਕਿ ਇਸ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਪੜ੍ਹ ਕੇ ਸਮਝ ਲਿਆ ਹੋਵੇਗਾ। ਤੇ ਆਉਣ ਵਾਲੇ ਵੀਡੀਓਜ਼ ਵਿੱਚ ਅਸੀਂ ਫਿਰ ਉਹਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।